जुड़िया नहीं थी। मैं कुछ चीज़ां श्रोतिਆਂ ਨੂੰ मतलब ਸਾਂਝੀਆਂ करना चाहना। असल च सेहत ਹੁੰਦੀ की है या सेहत विगड़दी क्यों है? देखो ਅਸੀਂ एक गल ਜਿਹੜੀ ਸਾਨੂੰ बात जब ਅਸੀਂ कुदरत को देखते हैं निहारते हैं जब कुदरत के नेड़े ਜਾਂਦੇ हैं तो अज एक चीज बहुत खुल के सामने आई है कि ਜਿਹੜੀਆਂ ਬਿਮਾਰੀਆਂ ਮਨੁੱਖ ਛੇੜੀ ਬੈਠਾ ਉਹ ਦੂਜੇ ਜੀਵ ਜੰਤੂਆਂ ਨੂੰ ਨਹੀਂ ਹੁੰਦੀਆਂ। ਜਿਹੜੀਆਂ ਬਿਮਾਰੀਆਂ ਮਨੁੱਖ ਛੇੜੀ ਬੈਠਾ ਮਤਲਬ ਤੁਸੀਂ ਦੇਖ ਲਓ ਵੀ ਮੱਝ ਨੂੰ ਕਦੀ ਸ਼ੂਗਰ ਹੁੰਦੀ ਹੈ ਜਾਂ ਬਾਂਦਰ ਹੈ ਜਾਂ ਹੋਰ ਬਹੁਤ ਸਾਰੇ ਜੀਵ ਜੰਤੂ ਨੇ ਜਿਹੜੇ ਉਹਨਾਂ ਨੂੰ ਨਾ ਬਲੱਡ ਪ੍ਰੈਸ਼ਰ ਹੁੰਦਾ ਨਾ ਸ਼ੂਗਰ ਹੁੰਦੀ ਹੈ ਨਾ ਥਾਇਰਾਇਡ ਹੁੰਦਾ ਨਾ ਕੈਂਸਰ ਹੁੰਦਾ ਇਹਨਾਂ ਉਹਨਾਂ ਦੀ ਕਿਡਨੀ ਖਰਾਬ ਹੁੰਦੀ ਹੈ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਇਹ ਅਸੀਂ ਖੁਦ ਛੇੜੀਆਂ। ਸਹੀ ਗੱਲ ਹੈ ਸਾਡੇ ਖਾਣੇ ਪਾਣੀ ਤੋਂ ਬਿਲਕੁਲ ਜੀ ਜਿਉਂ ਕੁਦਰਤ ਤੋਂ ਦੂਰ ਹੁੰਦਾ ਗਿਆ ਜਿਉਂ ਕੁਦਰਤ ਦੇ ਨਿਯਮਾਂ ਨੂੰ ਭੁੱਲਦਾ ਗਿਆ ਕਿਉਂ ਉਹ ਮਤਲਬ ਦੁਖੀ ਹੁੰਦਾ ਗਿਆ ਕਿਉਂ ਉਹ ਬਿਮਾਰ ਹੁੰਦਾ ਗਿਆ। ਇੱਕ ਛੋਟੀ ਜਿਹੀ ਉਦਾਹਰਨ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਜੀ। ਮੰਨ ਲਓ ਗਲੀ ਦੇ ਵਿੱਚ ਕੋਈ ਵਿਅਕਤੀ ਹੈ ਸਫਾਈ ਸੇਵਕ ਹੈ ਉਹ ਝਾੜੂ ਲਾ ਰਿਹਾ ਉਹ ਜਦੋਂ ਝਾੜੂ ਲਾ ਰਿਹਾ ਉਹ ਗੰਦਗੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਧੂੜ ਮਿੱਟੀ ਉੱਡਦੀ ਹੈ। ਇਸ ਧੂੜ ਮਿੱਟੀ ਉੱਡਦੀ ਤੋਂ ਪਰੇਸ਼ਾਨ ਹੋ ਕੇ ਇੱਕ ਵਿਅਕਤੀ ਆਪਣਾ ਦਰਵਾਜ਼ਾ ਖੋਲਦਾ ਹੈ ਤੇ ਬਾਹਰ ਕਹਿੰਦਾ ਬੰਦ ਕਰੋ ਇਹ ਕੀ ਕਰ ਰਹੇ ਹੈ ਨਾ ਧੂੜ ਉੱਡ ਰਹੀ ਹੈ ਅਸੀਂ ਪਰੇਸ਼ਾਨ ਹੋ ਰਹੇ ਹਾਂ ਤੇ ਉਹ ਵਿਅਕਤੀ ਕਹਿੰਦਾ ਵੀ ਮੇਰੀ ਤਾਂ ਡਿਊਟੀ ਹੈ ਭਾਈ ਮੈਂ ਤਾਂ ਸਫਾਈ ਕਰਨੀ ਹੈ ਤੇ ਉਹ ਜ਼ਬਰਦਸਤੀ ਉਸ ਬੰਦੇ ਨੂੰ ਚਾਹੇ ਉਹਦੇ ਕੁਛ ਮਾਰਦਾ ਚਾਹੇ ਕਰਦਾ ਉਹਨੂੰ ਬੇਹੋਸ਼ ਕਰ ਦਿੰਦਾ ਜਾਂ ਉਹਨੂੰ ਕੰਮ ਤੋਂ ਹਟਾ ਦਿੰਦਾ। ਉਹ ਕੀ ਹੋਏਗਾ ਉਹ ਵਿਅਕਤੀ ਦੁਬਾਰਾ ਫਿਰ ਅਗਲੇ ਦਿਨ ਆਉਂਦਾ ਫਿਰ ਸਫਾਈ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਬੰਦਾ ਫਿਰ ਬਾਹਰ ਨਿਕਲਦਾ ਤੇ ਉਹਨੂੰ ਕਹਿੰਦਾ ਦੇਖ ਤੂੰ ਗੰਦਗੀ ਸਾਫ਼ ਤਾਂ ਕਰ ਰਿਹਾ ਪਰ ਧੂੜ ਮਿੱਟੀ ਉੱਡ ਰਹੀ ਹੈ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਤੂੰ ਚਲਿਆ ਜਾ ਇੱਥੋਂ। ਕੁਝ ਦਿਨਾਂ ਬਾਅਦ ਗੰਦਗੀ ਵੱਧਦੀ ਹੈ ਤੇ ਫਿਰ ਉੱਥੇ ਛੋਟੇ ਛੋਟੇ ਕੀੜੇ ਪੈਦਾ ਹੁੰਦੇ ਨੇ। ਉਹ ਕੀੜੇ ਗਲੀ ਚੋਂ ਤੁਰ ਕੇ ਉਸ ਘਰ ਚ ਵੀ ਜਾ ਵੜਦੇ ਨੇ। ਉਹ ਵਿਅਕਤੀ ਪਰੇਸ਼ਾਨ ਹੈ ਕਿ ਕੀੜੇ ਕਿੱਥੋਂ ਆ ਰਹੇ ਨੇ ਤੇ ਫਿਰ ਉਹ ਕੀ ਕਰਦਾ ਕੋਈ ਪੈਸਟੀਸਾਈਡ ਲੈ ਕੇ ਕੋਈ ਸਪਰੇਅ ਲੈ ਕੇ ਉਹਨਾਂ ਕੀੜਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਉਹਨਾਂ ਕੀੜਿਆਂ ਨੂੰ ਉਹ ਸਪਰੇਅ ਮਾਰ ਤਾਂ ਰਿਹਾ ਪੈਸਟੀਸਾਈਡ ਉਹਨਾਂ ਕੀੜਿਆਂ ਨੂੰ ਤਾਂ ਮਾਰ ਰਿਹਾ ਲੇਕਿਨ ਉਸ ਵਿਅਕਤੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਉਹਦੇ ਵੀ ਅੰਦਰ ਜਾ ਰਿਹਾ ਹਵਾ ਚ ਘੁਲ ਕੇ ਉਹਦੇ ਅੰਦਰ ਜਾ ਰਿਹਾ। ਇਹ ਅਸਲ ਚ ਉਹ ਕੀੜੇ ਜਿਹੜੇ ਸਮੱਸਿਆ ਨਹੀਂ ਹੈ ਸਮੱਸਿਆ ਉਹ ਹੈ ਜਿਹੜੀ ਬਾਹਰ ਗੰਦਗੀ ਪਈ ਹੈ। ਮਤਲਬ ਇਸ ਉਦਾਹਰਨ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਸਾਡਾ ਸਰੀਰ ਜਿਹੜਾ ਹੈ ਉਹ ਆਪਣੀ ਸਫਾਈ ਕਰਨ ਦੀ ਕੋਸ਼ਿਸ਼ ਕਰਦਾ ਅਲੱਗ ਅਲੱਗ ਤਰੀਕਿਆਂ ਨਾਲ। ਉਹ ਸਰੀਰ ਆਪਣੇ ਅੰਦਰੋਂ ਗੰਦਗੀ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਉਹਦੇ ਲਈ ਚਾਹੇ ਉਹ ਨੱਕ ਤੇ ਪਾਣੀ ਵਗਾਉਂਦਾ ਚਾਹੇ ਉਹ ਲੂਜ਼ ਮੋਸ਼ਨ ਕ੍ਰੀਏਟ ਕਰਦਾ ਚਾਹੇ ਉਹ ਛਿੱਕਾਂ ਕ੍ਰੀਏਟ ਕਰਦਾ ਸਨੀਜ਼ਿੰਗ ਕ੍ਰੀਏਟ ਕਰਦਾ ਚਾਹੇ ਉਹ ਵੋਮਟਿੰਗ ਕ੍ਰੀਏਟ ਕਰਦਾ। ਬੋਡੀ ਆਪਣੀ ਸਫਾਈ ਕਰਨ ਲਈ ਅਲੱਗ ਅਲੱਗ ਤਰ੍ਹਾਂ ਦੇ ਟੂਲ ਇਸਤੇਮਾਲ ਕਰਦੀ ਹੈ। ਤੇ ਅਸੀਂ ਕੀ ਕਰਦੇ ਹਾਂ ਅਸੀਂ ਉਸ ਵਿਅਕਤੀ ਵਾਂਗੂ ਹੁਣ ਜਦੋਂ ਝਾੜੂ ਲੱਗ ਰਿਹਾ ਤੇ ਧੂੜ ਮਿੱਟੀ ਤਾਂ ਉੱਡੂਗੀ ਪਰੇਸ਼ਾਨੀ ਤਾਂ ਹੋਊਗੀ ਥੋੜੀ ਬਹੁਤ। ਉਹ ਜਦੋਂ ਸਾਡੀ ਬੋਡੀ ਆਪਣੀ ਸਫਾਈ ਕਰਦੀ ਹੈ ਉਹਨੂੰ ਸਾਨੂੰ ਥੋੜਾ ਬਹੁਤ ਡਿਸਕੰਫਰਟ ਹੁੰਦਾ ਤਕਲੀਫ ਹੁੰਦੀ ਹੈ। ਹੁਣ ਨੱਕ ਤੇ ਪਾਣੀ ਵਗ ਰਿਹਾ ਤੇ ਸਾਨੂੰ ਜ਼ਰੂਰ ਇਹ ਲੱਗਦਾ ਵੀ ਇਹ ਕੀ ਹੋ ਰਿਹਾ ਇਹ ਹਟਣਾ ਚਾਹੀਦਾ। ਅਸੀਂ ਦਵਾਈ ਖਾਂਦੇ ਹਾਂ ਉਹਨੂੰ ਬੰਦ ਕਰ ਦਿੰਦੇ ਹਾਂ। ਜਿਵੇਂ ਲੂਜ਼ ਮੋਸ਼ਨ ਹੁੰਦਾ ਉਹਨੂੰ ਵੀ ਅਸੀਂ ਦਵਾਈ ਖਾਂਦੇ ਹਾਂ ਬੰਦ ਕਰ ਦਿੰਦੇ ਹਾਂ। ਬੁਖਾਰ ਹੁੰਦਾ ਉਹਨੂੰ ਵੀ ਅਸੀਂ ਦਵਾ ਖਾ ਕੇ ਡਿਸਟਰਬ ਕਰ ਦਿੰਦੇ ਹਾਂ। ਤਾਂ ਫਿਰ ਜਦੋਂ ਗੰਦਗੀ ਸਰੀਰ ਦੇ ਅੰਦਰ ਜਮਾ ਹੁੰਦੀ ਹੈ ਤਾਂ ਉੱਥੇ ਬੈਕਟੀਰੀਆ ਪੈਦਾ ਹੁੰਦੇ ਨੇ ਉੱਥੇ ਕੀਟਾਣੂ ਪੈਦਾ ਹੁੰਦੇ ਨੇ। ਉਹਨਾਂ ਕੀਟਾਣੂਆਂ ਨੂੰ ਮਾਰਨ ਲਈ ਫਿਰ ਅਸੀਂ ਪਹਿਲਾਂ ਟੈਸਟ ਕਰਾਉਂਦੇ ਹਾਂ ਪਤਾ ਲੱਗਦਾ ਵੀ ਫਲਾਣੀ ਬਿਮਾਰੀ ਹੈ ਜੀ ਫਲਾਣੀ ਤਰ੍ਹਾਂ ਦਾ ਬੈਕਟੀਰੀਆ ਫਿਰ ਅਸੀਂ ਉਹਦੇ ਤੇ ਇਸਤੇਮਾਲ ਕਰਦੇ ਹਾਂ ਦਵਾਈ। ਜਿਵੇਂ ਵਿਅਕਤੀ ਉਹਨਾਂ ਕੀੜਿਆਂ ਜਿਹੜੇ ਉਹਦੇ ਅੰਦਰ ਆ ਰਹੇ ਨੇ ਉਹਨਾਂ ਨੂੰ ਮਾਰਨ ਲਈ ਸਪਰੇਅ ਇਸਤੇਮਾਲ ਕਰ ਰਿਹਾ ਕੋਈ ਪੈਸਟੀਸਾਈਡ ਇਸਤੇਮਾਲ ਕਰ ਰਿਹਾ ਉਹੀ ਅਸੀਂ ਦਵਾਈ ਦਾ ਇਸਤੇਮਾਲ ਕਰਦੇ ਹਾਂ। ਇਹ ਦਵਾਈ ਉਹਨਾਂ ਕੀੜਿਆਂ ਨੂੰ ਤਾਂ ਮਾਰ ਦੇਗੀ ਲੇਕਿਨ ਜਿਹੜੇ ਮਿੱਤਰ ਕੀੜੇ ਨੇ ਸਾਡੇ ਅੰਦਰ ਜਿਹੜੇ ਫਰੈਂਡਲੀ ਬੈਕਟੀਰੀਆ ਨੇ ਉਹਨਾਂ ਨੂੰ ਵੀ ਮਾਰੀ ਜਾਂਦੀ ਹੈ। ਜਿਹੜੇ ਸਾਡੇ ਸਰੀਰ ਦੇ ਬਹੁਤ ਸਾਰੇ ਕੰਮ ਕਰਦੇ ਨੇ ਸਾਡੇ ਸਰੀਰ ਲਈ ਸਹਾਇਕ ਨੇ ਉਹ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਜ਼ਿੰਦਾ ਹਾਂ
ਇਹੋ ਜਿਹੇ ਬੈਕਟੀਰੀਆ ਨੇ ਸਾਡੇ ਅੰਦਰ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਜਿੰਦਾ ਹਾਂ ਜੀ, ਉਹਨਾਂ ਨੂੰ ਵੀ ਉਹ ਮਾਰ ਰਹੀ ਹੈ, ਡਿਸਟਰੋਏ ਕਰ ਰਹੀ ਹੈ। ਅਸਲ ਦੇ ਵਿੱਚ ਬਿਮਾਰੀ ਜਿਹੜੀ ਹੈ ਉਹ ਆਪਣੇ ਆਪ ਚ ਕੁਛ ਨਹੀਂ ਹੈ, ਉਹ ਸਿਰਫ ਸਾਡੀ ਜਿਹੜੀ ਸਰੀਰ ਨੂੰ ਅਸੀਂ ਸਫਾਈ ਕਰਨ ਤੋਂ ਰੋਕਦੇ ਹਾਂ ਜਦੋਂ ਉਦੋਂ ਉਸ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਤੇ ਹੌਲੀ ਹੌਲੀ ਉਹ ਗੰਭੀਰ ਰੂਪ ਧਾਰਨ ਕਰਦੀ ਹੈ। ਤਾਂ ਇੱਕ ਗੱਲ ਬਹੁਤ ਸਪਸ਼ਟ ਹੈ, ਮੈਂ ਪਹਿਲੇ ਵੀ ਆਪਾਂ ਸੈਗਮੈਂਟ ਦੇ ਵਿੱਚ ਕਈ ਵਾਰ ਗੱਲ ਕੀਤੀ ਹੈ ਕਿ ਤੁਸੀਂ ਜਾ ਕੇ ਦੇਖੋ ਕਿਸੇ ਡਾਕਟਰ ਕੋਲ ਜਿਹੜੇ ਆਪਣੇ RMC ਭਰਾ ਹੁੰਦੇ ਨੇ, ਗਲੀਆਂ ਚ ਮੁਹੱਲਿਆਂ ਚ ਬੈਠੇ ਨੇ, ਤੁਸੀਂ ਕਿਤੇ 2 ਘੰਟੇ ਉਹਦੇ ਕੋਲ ਜਾ ਕੇ ਬੈਠੋ ਤਾਂ ਤੁਸੀਂ ਦੇਖੋਗੇ ਇੱਥੇ ਮਰੀਜ਼ ਕਿਹੋ ਜਿਹੇ ਆ ਰਹੇ ਨੇ। ਮੈਨੂੰ ਜ਼ੁਕਾਮ ਹੈ, ਮੈਨੂੰ ਲੂਜ਼ ਮੋਸ਼ਨ ਹੈ, ਮੈਨੂੰ ਉਲਟੀਆਂ ਆ ਰਹੀਆਂ ਨੇ, ਮੈਨੂੰ ਬੁਖਾਰ ਹੈ, ਮੈਨੂੰ ਖੰਘ ਲੱਗ ਰਹੀ ਹੈ, ਮਤਲਬ ਮੈਨੂੰ ਖੰਘ ਹੋਈ ਹੈ, ਇਹੋ ਜਿਹੇ ਪੇਸ਼ੈਂਟ ਆਉਂਦੇ ਨੇ ਤੇ ਉਹ ਆਰਾਮ ਨਾਲ ਦਵਾਈ ਦੇ ਰਿਹਾ ਤੇ ਮਰੀਜ਼ ਘਰ ਜਾ ਕੇ ਦਵਾਈ ਖਾ ਰਹੇ ਨੇ। ਨਾ ਕੋਈ ਸਮਝਣ ਦੀ ਕੋਸ਼ਿਸ਼ ਕਰ ਰਿਹਾ ਤੇ ਨਾ ਹੀ ਕੋਈ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਰੀਰ ਨਾਲ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਸੱਚਮੁੱਚ ਇਹ ਬਿਮਾਰੀ ਹੈ, ਕਿ ਸੱਚਮੁੱਚ ਇਹਦੇ ਲਈ ਸਾਨੂੰ ਦਵਾਈ ਖਾਣ ਦੀ ਲੋੜ ਹੈ। ਇਹਦੇ ਬਾਰੇ ਕੋਈ ਸਿਖਾਉਂਦਾ ਨਹੀਂ, ਕੋਈ ਸਮਝਾਉਂਦਾ ਨਹੀਂ, ਆਰਾਮ ਨਾਲ ਅਸੀਂ ਦਵਾਈਆਂ ਖਾਂਦੇ। ਇੱਕ ਸਿੰਪਲ ਜਿਹੀ ਗੱਲ, ਜਦੋਂ ਕਿਸੇ ਵਿਅਕਤੀ ਨੂੰ ਕੈਂਸਰ ਹੁੰਦਾ ਤਾਂ ਡਾਕਟਰ ਵੀ ਇਹ ਕਹਿੰਦੇ ਨੇ ਜੀ ਕੈਂਸਰ ਹੁੰਦਾ ਕਿਉਂ ਸਾਨੂੰ ਨਹੀਂ ਪਤਾ ਹੈ ਨਾ, ਇਹ ਤਾਂ ਹੁਣ ਸਾਲ ਗਿਆ, ਇਹ ਤਾਂ ਹੁਣ ਜੀ ਆਪਰੇਸ਼ਨ ਕਰਨਾ ਪਊਗਾ, ਰੇਡੀਓਥੈਰੇਪੀ ਕਰਨੀ ਪਊਗੀ, ਕੀਮੋਥੈਰੇਪੀ ਕਰਨੀ ਪਊਗੀ, ਰੇਡੀਏਸ਼ਨ ਕਰਨੀ ਪਊਗੀ, ਹੈ ਨਾ। ਜੀ ਬਿਲਕੁਲ। ਅੱਛਾ, ਲੇਕਿਨ ਆਹ ਚੀਜ਼ਾਂ ਨੇ ਜਿਹੜੀਆਂ ਵੀ ਉਸ ਕੈਂਸਰ ਨੂੰ ਪੈਦਾ ਹੋਣ ਦਾ ਮਾਹੌਲ ਕਿਹਨੇ ਦਿੱਤਾ, ਉਹਦੇ ਪੈਦਾ ਹੋਣ ਲਈ ਜਿਹੜਾ ਪੂਰਾ ਦਾ ਪੂਰਾ ਅਸੀਂ ਮਾਹੌਲ ਤਿਆਰ ਕੀਤਾ ਆਪਣੇ ਅੰਦਰ, ਗੰਦਗੀ ਨੂੰ ਅੰਦਰ ਰੋਕ ਕੇ ਉਹ ਅਸੀਂ ਖੁਦ ਕੀਤਾ। ਮਤਲਬ ਇੱਕ ਹਾਂਜੀ ਬੋਲੋ। ਆਪਾਂ ਇਹ ਗੱਲਾਂ ਕਰੀ ਜਾਂਦੇ ਹਾਂ ਤੇ ਮੈਨੂੰ ਲੱਗਦਾ ਸਰੋਤੇ ਵੀ ਇਸ ਚੀਜ਼ ਨੂੰ ਨੋਟ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਅਸੀਂ ਮੈਡੀਸਨ ਹਰ ਛੋਟੀ ਛੋਟੀ ਗੱਲਬਾਤ ਤੇ ਮੈਡੀਸਨ ਖਾਂਦੇ ਆ, ਸੋ ਇਸ ਤੇ ਇੱਕ ਸੋਚ ਬਣੀ ਹੋਈ ਹੈ ਕਿ ਜੋ ਸਾਡਾ ਦਿਮਾਗ ਸੋਚਦਾ ਹੈ, ਦਿਮਾਗ ਕਰਦਾ ਹੈ, ਤਾਂ ਕਹਿੰਦੇ ਡਾਕਟਰ ਜੀ ਕੀ ਸਾਡੀ ਸੋਚ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਆ ਇਸ ਮੈਟਰ ਚ ਲੈ ਕੇ ਵੀ ਅਸੀਂ ਸੋਚ ਲਿਆ। ਹੁਣ ਕੱਲ ਮੈਂ ਛੋਟਾ ਜਿਹਾ, ਇਹ ਸਰਬਜੀਤ ਨੇ ਮੇਰੇ ਤੋਂ ਇੱਕ ਲਾਈਨ ਦੇ ਵਿੱਚ ਇੱਕ ਗੱਲ ਪੁੱਛੀ ਹੈ, ਕੱਲ ਦਾ ਪ੍ਰੋਗਰਾਮ ਮੈਂ ਕੀਤਾ, 2 ਘੰਟੇ ਦਾ ਪ੍ਰੋਗਰਾਮ ਕੀਤਾ ਔਰ ਮੈਨੂੰ ਇਉਂ ਲੱਗਦਾ ਸੀ ਵੀ ਜਿਹੜਾ ਇਹ ਕਮਰਾ ਹੈ ਮੇਰਾ ਇਹ ਜ਼ੋਰ ਦੇ ਨਾਲ ਘੁੰਮ ਰਿਹਾ ਸੀ। ਤੇ ਮੇਰੀ ਕੱਲ ਦੀ ਵੀਡੀਓ 'ਚ ਵੀ ਮੈਂ ਨੋਟ ਕੀਤਾ ਕਿ ਮੈਂ ਆਪਣੇ ਆਪ ਨੂੰ ਸਟੇਬਲ ਕਰਕੇ ਬੈਠੀ ਸੀ, ਮੈਂ ਬਾਰ-ਬਾਰ ਟੇਬਲ ਨੂੰ ਫੜ ਰਹੀ ਸੀਗੀ, ਮੈਨੂੰ ਇਉਂ ਲੱਗਦਾ ਸੀ ਵੀ ਸ਼ਾਇਦ ਜਿਵੇਂ ਅਸੀਂ ਕਹਿ ਦਿੰਦੇ ਕਿ ਭੁਚਾਲ ਦੇ ਝਟਕੇ ਆ ਰਹੇ ਨੇ ਜਾਂ ਕੁਛ ਤਾਂ ਵੀ ਕੋਈ ਪ੍ਰੋਬਲਮ ਆਈ ਹੋਈ ਹੈ, ਜਿਹੜਾ ਇਹ ਕਮਰਾ ਪੂਰੇ ਜ਼ੋਰ, ਮੈਂ ਸਾਹਮਣੇ ਨਹੀਂ ਦੇਖ ਪਾ ਰਹੀ ਸੀ, ਮੈਂ ਨਜ਼ਰ ਹੈ ਜਿਹੜੀ ਉਹ ਨੀਵੀਂ ਕਰਦੀ ਸੀ, ਕਦੇ ਇੱਧਰ ਦੇਖਦੀ ਸੀ ਕਦੇ ਉੱਧਰ, ਜਦੋਂ ਮੈਂ ਸਾਹਮਣੇ ਵੇਖਦੀ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਮਰਾ ਪੂਰਾ ਜ਼ੋਰ ਦੀ ਘੁੰਮਣ ਲੱਗ ਗਿਆ। ਸੋ ਕਿਤੇ ਨਾ ਕਿਤੇ ਸੋਚ ਸਾਡੇ ਦਿਮਾਗ ਦੀ ਹੁੰਦੀ ਹੈ ਵੀ ਹੁਣ ਜਾਂ ਤਾਂ ਇਹ ਭੁਚਾਲ ਦਾ ਕੁਛ ਸਿਸਟਮ ਹੈ ਜਾਂ ਫਿਰ ਮੇਰੀ ਹੀ ਬੋਡੀ ਦਾ ਭੁਚਾਲ ਆਇਆ ਹੋਇਆ, ਕੁਛ ਮੈਨੂੰ ਪ੍ਰੋਬਲਮ ਹੈ। ਤਾਂ BP ਚੈੱਕ ਕਰਾਏ, ਕੱਲ ਨੋਰਮਲ ਸੀ, ਸਭ ਠੀਕ ਸੀ। ਮਾਈਗ੍ਰੇਨ ਦੀ ਮੈਨੂੰ ਤੁਹਾਨੂੰ ਵੀ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਸੀ ਕਿ ਕੁਛ ਪ੍ਰੋਬਲਮ ਰਹਿੰਦੀ ਹੈ, ਪਰ ਇੱਕ ਚੀਜ਼ ਵਧੀਆ ਹੈ ਕਿ ਉਹ ਚੀਜ਼ ਸਰਬਜੀਤ ਦੇ ਸਵਾਲ ਨੂੰ ਥੋੜਾ ਜਿਹਾ ਮੈਂ ਹੀ ਕਲੀਅਰ ਕਰ ਦਿੰਦੀ ਕਿ ਸਰਬਜੀਤ ਦੀ ਸੋਚ ਬਣੀ ਸੀ ਕਿ ਮੈਂ ਮੈਡੀਸਨ ਲਵਾਂ, ਡਾਕਟਰ ਕੋਲੇ ਜਾਵਾਂ, ਟ੍ਰੀਟਮੈਂਟ ਕਰਾਵਾਂ, ਪਰ ਫਿਰ ਇਧਰੋਂ ਸਾਡੇ ਡਾਕਟਰ ਸਾਹਿਬ ਦੀ ਗੱਲ ਯਾਦ ਆ ਜਾਂਦੀ ਹੈ ਵੀ ਬੋਡੀ ਨੂੰ ਕਰ ਲੈਣ ਦੋ, ਕੁਛ ਅੰਦਰ ਦਾ ਕਰਦੀ ਹੋਊ, ਝੋਲਾ ਕੁਛ ਸਾਫ਼ ਸੁਫ ਕਰਦੀ ਹੋਊਗੀ, ਹਿੱਲ ਗਈ ਬੋਡੀ। ਤਾਂ ਫਿਰ ਆਪਾਂ ਕੁਛ ਨਹੀਂ ਕੀਤਾ ਸੀ, ਜਾ ਕੇ ਉਹੀ ਗਰਮ ਪਾਣੀ ਥੋੜਾ ਜਿਹਾ ਗੁਨਗੁਨਾ ਕਰਕੇ, ਕੇਸਰ ਆਪਣੇ ਨਾਲ ਹੁੰਦਾ ਜੀ, ਉਹ ਵਿੱਚ ਪਾਏ ਮੈਂ ਕੁਛ ਦਾਣੇ, ਉਹਨੂੰ ਥੋੜਾ ਗਰਮ ਕਰਕੇ ਉਹ ਮੈਂ ਪੀਤਾ ਤੇ ਆਪਣਾ ਫਰੂਟ ਜਿਹੜਾ ਮੈਂ ਕੰਟੀਨਿਊ ਰੱਖਿਆ ਹੋਇਆਗਾ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਪਣਾ ਸਿਸਟਮ ਉਹ ਕੰਟੀਨਿਊ ਰੱਖਿਆ। ਮਤਲਬ ਇਸ ਦੇ ਵਿੱਚ ਹੀ ਮੈਨੂੰ ਮੈਂ ਭੁੱਲ ਗਈ ਕਿ ਮੈਨੂੰ ਚੱਕਰ ਵੀ ਆ ਰਹੇ ਸੀ, ਪਰ ਠੀਕ ਹੈ ਮੈਂ ਸਟੇਬਲ ਨਹੀਂ ਸੀ ਕੱਲ ਸਾਰੇ ਦਿਨ, ਕੁਛ ਸੀ ਬੋਡੀ ਦੇ ਵਿੱਚ ਸਿਸਟਮ ਸੀਗਾ ਜੋ ਹਿਲਜੁਲ ਕਰ ਰਿਹਾ ਸੀ, ਪਰ ਸੀਗਾ ਜੇ ਮੈਂ ਡਾਕਟਰ ਕੋਲ ਜਾਂਦੀ ਓਬਵੀਅਸਲੀ ਉਹਨੇ 3-4 ਖੁਰਾਕਾਂ ਦੇਣੀਆਂ ਸੀ। ਤਾਂ ਡਾਕਟਰ ਸਾਹਿਬ ਇਹਦਾ ਹੁਣ ਸਹੀ ਆਨਸਰ ਕੀ ਹੈ ਕਿ ਤੁਹਾਨੂੰ ਪੁੱਛਿਆ ਕਿ ਸਾਡੀ ਸੋਚ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਆ? 100% ਕਰਦੀ ਹੈ ਜੀ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਹਾਂਜੀ, ਸਾਡੀ ਸੋਚ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਇਹਨੂੰ ਅਸਲ ਨਾ ਆਪਾਂ ਚਲੋ ਮਨ ਦੇ ਉੱਤੇ ਕੁਛ ਆਪਾਂ ਪਹਿਲਾਂ ਵੀ ਕੀਤਾ ਸੀ, ਇੱਕ ਸੈਗਮੈਂਟ ਹੋਰ ਗੱਲਬਾਤ ਅੱਗੇ ਕਰਾਂਗੇ। ਹਾਂਜੀ, ਮਤਲਬ ਜੇ ਸੋਚ ਪ੍ਰਭਾਵਿਤ ਕਿਵੇਂ ਕਰਦੀ ਹੈ,
ਜੇ ਮੈਂ ਇੱਕ ਉਦਾਹਰਨ ਦੇਣਾ ਚਾਹੁੰਦਾ ਜੀ, ਇਹ ਉਦਾਹਰਨ ਮੈਂ ਇੱਕ ਕਿਤਾਬ 'ਚ ਪੜ੍ਹੀ ਸੀ ਜੀ, ਇਹ ਸੱਚ ਹੈ। ਇੱਕ ਔਰਤ ਇੱਕ ਡਾਕਟਰ ਕੋਲ ਜਾਂਦੀ ਹੈ, ਉਹ ਕਹਿੰਦੀ ਜੀ ਮੇਰੇ ਨਾ ਇੱਥੇ ਪੇਨ ਹੋ ਰਹੀ ਹੈ ਦਿਲ ਦੇ ਨੇੜੇ। ਅੱਛਾ। ਡਾਕਟਰ ਉਹਨੂੰ ਬਸ ਸਕੈਨ ਕਰਦਾ। ਅੱਛਾ। ਸਕੈਨ ਕਰਕੇ ਤੇ ਜਦੋਂ ਰਿਪੋਰਟ ਦੀ ਗੱਲ ਆਉਂਦੀ ਹੈ ਤੇ ਉਹਦਾ ਅਸਿਸਟੈਂਟ ਜਿਹੜਾ ਡਾਕਟਰ ਦਾ, ਉਹ ਗਲਤ ਰਿਪੋਰਟ ਗਲਤੀ ਨਾਲ ਕਿਸੇ ਹੋਰ ਪੇਸ਼ੈਂਟ ਦੀ ਰਿਪੋਰਟ ਚੱਕ ਕੇ ਲੈ ਆਉਂਦਾ ਜੀ। ਡਾਕਟਰ ਰਿਪੋਰਟ ਦੇਖਦਾ ਤੇ ਡਾਕਟਰ ਕਹਿੰਦਾ ਵੀ ਤੇਰੇ ਤਾਂ ਜਿੱਦਾਂ ਦਿਲ ਦੇ ਵਿੱਚ ਛੇਦ ਹੈ। ਓ ਮਾਈ ਗॉड। ਤੇ ਇਹਦਾ ਆਪਰੇਸ਼ਨ ਹੋਏਗਾ, ਤੂੰ ਆ 3 ਮਹੀਨੇ ਗੋਲੀ ਦਵਾਈ ਖਾ ਤੇ ਉਸ ਤੋਂ ਬਾਅਦ 3 ਮਹੀਨੇ ਬਾਅਦ ਆਈ ਤੇ ਅਸੀਂ ਆਪਰੇਸ਼ਨ ਕਰਾਂਗੇ ਇਹਦਾ। ਓ ਮਾਈ ਗॉड ਜੀ। ਹੁਣ ਔਰਤ ਘਰ ਜਾ ਕੇ ਕੀ ਹੈ ਕਿ ਜਦੋਂ ਬਹਿੰਦੇ ਉੱਠਦੇ ਸੌਂਦੇ ਜਾਗਦੇ ਹਰ ਵਕਤ ਉਹਦੇ ਅੰਦਰ ਇੱਕੋ ਵਿਚਾਰ ਆਉਂਦਾ ਕਿ ਮੇਰੇ ਦਿਲ 'ਚ ਛੇਦ ਹੈ, ਇਹਦਾ ਆਪਰੇਸ਼ਨ ਹੋਣਾ। ਹਾਂਜੀ। 3 ਮਹੀਨੇ ਬਾਅਦ ਜਦੋਂ ਡਾਕਟਰ ਕੋਲ ਜਾਂਦੀ ਹੈ, ਦੁਬਾਰਾ ਉਹਦਾ ਟੈਸਟ ਕੀਤਾ ਜਾਂਦਾ ਤਾਂ ਸੱਚਮੁੱਚ ਉਹਦੇ ਦਿਲ 'ਚ ਛੇਦ ਹੁੰਦਾ ਹੈ। ਜੀ। ਤੁਸੀਂ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਉਹ ਛੇਦ ਜਿਹੜਾ ਉਹ ਬੋਡੀ ਨੇ ਕ੍ਰੀਏਟ ਕੀਤਾ ਤੁਹਾਡੀ ਸੋਚ ਨੂੰ ਫੋਲੋ ਕਰਕੇ। ਜੀ। ਇੱਕ ਹੋਰ ਐਗਜ਼ਾਮਪਲ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਹੋਣੀ ਹੈ, ਆਮ ਕਈ ਵਾਰ ਇਹ ਸ਼ੇਅਰ ਹੁੰਦੀ ਹੈ, ਕੁਛ ਲੋਕ ਕਰਦੇ ਨੇ। ਮਾਫੀ ਚਾਹੂੰਗੀ ਡਾਕਟਰ ਸਾਹਿਬ, ਤੁਹਾਨੂੰ ਇੱਥੇ ਟੋਕ ਰਹੀ ਹੈ ਤੇ ਮੈਂ ਤੁਹਾਨੂੰ ਸ਼ਾਇਦ ਇੱਕ ਹਕੀਕਤ ਸ਼ੇਅਰ ਕੀਤੀ ਸੀ ਆਪਣੀ ਫਰੈਂਡ ਦੀ, ਜਿਨ੍ਹਾਂ ਦੀ ਗਰਦਨ ਦੇ ਵਿੱਚ ਇੱਕ ਬਣ ਗਈ ਸੀ, ਗੰਢ ਬਣ ਗਈ ਸੀ, ਰਾਈਟ? ਯਾਦ ਹੋਵੇ ਤੁਹਾਨੂੰ। ਤੇ ਇੱਕ ਬੜੇ ਵਧੀਆ ਸਟੇਬਲ ਡਾਕਟਰ ਨੇ ਲਿਖ ਕੇ ਦਿੱਤਾ ਸੀਗਾ ਕਿ ਇਹ ਜਿਹੜੀ ਗੰਢ ਹੈ ਨਾ, ਇਹ ਜਿਵੇਂ ਆਪਾਂ ਕਹਿ ਦਈਏ ਕਿ ਬਲਗਮ ਦੀ ਗੰਢ ਬਣੀ ਆ, ਟੀਵੀ ਦੀ ਗੰਢ ਬਣੀ ਆ ਤੇ ਇਹਦਾ ਆਪਰੇਟ ਹੋਊਗਾ, ਆਪਰੇਸ਼ਨ ਹੋਊਗਾ। ਉਹਨੇ ਬਕਾਇਦਾ ਹੱਥ ਲਿਖਤ ਲਿਖੀ ਸੀ। ਜੇ ਅੱਜ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰਨੀ ਹੋਵੇ ਤਾਂ ਬਿਲਕੁਲ ਜੀ ਉਹ ਪੂਰੀ ਤਰ੍ਹਾਂ ਫਸਣਗੇ, ਕਿਉਂਕਿ ਉਹਨਾਂ ਨੇ ਹੱਥ ਦੇ ਨਾਲ ਲਿਖ ਕੇ ਦਿੱਤਾ ਸੀਗਾ ਕਿ ਇਹਦਾ ਹੋਰ ਕੋਈ ਇਲਾਜ ਨਹੀਂ ਹੈ, ਇਹਦਾ ਸਿਰਫ ਔਰ ਸਿਰਫ ਆਪਰੇਸ਼ਨ ਹੈ। ਅਤੇ ਉਹ ਜਿਹੜੀ ਮੇਰੀ ਫਰੈਂਡ ਸੀ ਨਾ, ਉਹਨੂੰ ਬਸ ਇਹ ਸ਼ੱਕ ਹੋਣ ਲੱਗ ਗਿਆ ਸੀ, ਜਿਹੜੀ ਉਹਦੀ ਖਾਂਸੀ ਸੀਗੀ ਕਿ ਇਹ ਟੀਵੀ ਹੈ, ਇਹ ਟੀਵੀ ਹੈ, ਇਹ ਟੀਵੀ ਹੈ। ਤੇ ਮੈਂ ਉਹਨੂੰ ਹਮੇਸ਼ਾ ਇੱਕ ਚੀਜ਼ ਕਹਿੰਦੀ ਸੀ, ਤੂੰ ਮੇਰਾ ਕੋਈ ਪ੍ਰੋਗਰਾਮ ਨਾ ਸੁਣ, ਮੈਨੂੰ ਕੋਈ ਟੈਨਸ਼ਨ ਨਹੀਂ, ਭੋਰਾ ਵੀ ਨਾ ਸੁਣ, ਸ਼ਨੀਵਾਰ ਦਾ ਇੱਕ ਪ੍ਰੋਗਰਾਮ ਸੁਣ ਲਿਆ ਕਰ, ਭਾਵੇਂ 10-15 ਮਿੰਟ ਸੁਣ ਲਿਆ ਕਰ, ਬਸ ਸੁਣ ਲਿਆ ਕਰ। ਤੇ ਇੱਕ ਜਦੋਂ ਉਹਨੇ ਇਹ ਵੀ ਚੀਜ਼ ਸ਼ੁਰੂ ਕੀਤੀ ਤੇ ਨਾਲ ਨਾਲ ਮੇਰੀ ਆਦਤ ਹੈਗੀ, ਜੇ ਮੇਰੇ ਆਲੇ ਦੁਆਲੇ ਕੁਛ ਏਦਾਂ, ਮੈਂ ਟੋਕਾ ਟਕਾਈ ਬਹੁਤ ਕਰਦੀ ਹਾਂ। ਠੀਕ ਹੈ, 2 ਮਿੰਟ ਲਈ ਮੇਰੇ ਨਾਲ ਨਾਰਾਜ਼ ਗੁੱਸੇ ਹੋਣਗੇ, ਫਿਰ ਉਹਨੇ ਉਸ ਗੰਢ ਨੂੰ ਬਾਰ-ਬਾਰ ਜਿਹੜਾ ਦਬਾਉਣਾ, ਮਤਲਬ ਉਹਨੂੰ ਇਹਦਾ ਚੈੱਕ ਕਰਨਾ ਵੀ ਇਹ ਹੈਗੀ ਹੈ, ਗੰਢ ਹੈਗੀ ਹੈ। ਤਾਂ ਮੈਂ ਅੱਜ ਵੀ ਉਹਨੂੰ ਇਹ ਆਦਤ, ਜਿਵੇਂ ਕਹਿੰਦੇ ਕਿ 100 ਚੋਂ 10% ਰਹਿ ਗਈ, ਤੇ ਅੱਜ ਵੀ ਮੈਂ ਉਹਨੂੰ ਇਹੀ ਟੋਕਦੀ ਹੁੰਦੀ ਹਾਂ ਵੀ ਨਹੀਂ, ਇੱਥੇ ਹੱਥ ਨਹੀਂ ਲਾਉਣਾ, ਇਹਨੂੰ ਤੂੰ ਬਿਲਕੁਲ ਟੱਚ ਨਹੀਂ ਕਰਨਾ। ਤੇ ਮੈਂ ਉਹਨੂੰ ਖਿੱਚ ਕੇ ਪੈਂਦੀ ਹਾਂ, ਜਦੋਂ ਉਹ ਟੱਚ ਕਰਨ ਦੀ ਕੋਸ਼ਿਸ਼ ਕਰਦੀ, ਉਹਦੀ ਅੱਖ ਮੇਰੇ ਵੱਲ ਹੁੰਦੀ ਹੈ, ਕਿਤੇ ਮੈਨੂੰ ਦੇਖ ਨਾ ਲਵੇ ਦੀਦੀ। ਤਾਂ ਇੱਕ ਤਾਂ ਇਹ ਚੀਜ਼ ਉਹਦੀ ਛੁੱਟ ਗਈ ਹੈ। ਦੂਜਾ, ਜਦੋਂ ਅਸੀਂ ਉਹਦੀਆਂ ਰਿਪੋਰਟਾਂ ਨੂੰ ਕਿਹਾ ਵੀ ਤੂੰ ਅਦਰ ਡਾਕਟਰ ਨੂੰ ਵੀ ਚੈੱਕ ਕਰਾ, ਜੇ ਤੂੰ ਕਰਾਉਣਾ ਹੀ ਹੈ ਵੀ ਮੈਂ ਡਾਕਟਰ ਨੂੰ ਹੀ ਚੈੱਕ ਕਰਾਉਣਾ, ਉਹਨੇ 5-7 ਡਾਕਟਰਾਂ ਤੋਂ ਹੋਰ ਸਲਾਹ ਲਈ ਤਾਂ ਉਹ ਬਿਲਕੁਲ ਫੇਕ ਸੀ। ਉਹ ਕਹਿੰਦੇ ਕੁਛ ਨਾਰਮਲ ਹੈ ਹੀ ਨਹੀਂ ਹੈ, ਕੁਛ ਨਹੀਂ ਹੈ, ਨਾਰਮਲ ਮਾਸ ਹੈ ਜੀ, ਹੌਲੀ ਹੌਲੀ ਆਪੇ ਖੁਰ ਜਾਊਗਾ ਤੇ ਤੁਸੀਂ ਇਹਦੀ ਟੈਨਸ਼ਨ ਨਹੀਂ ਲੈਣੀ। ਮੀਨਸ ਹੁੰਦੀਆਂ ਜੀ ਇਹ ਰਿਪੋਰਟਾਂ ਏਦਾਂ ਗਲਤ ਹੁੰਦੀਆਂ ਨੇ, ਗਲਤੀਆਂ ਹੁੰਦੀਆਂ ਸਾਡੇ। ਹਾਂਜੀ, ਮਤਲਬ ਇਹ ਐਗਜ਼ਾਮਪਲ ਜਿਹੜੀ ਹੈ ਇਹ ਬਿਲਕੁਲ ਦਰੁਸਤ ਗੱਲ ਹੈ ਕਿ ਜਦੋਂ ਅਸਲ ਸਾਡਾ ਸਰੀਰ ਸਾਡੇ ਵਿਚਾਰ ਦਾ ਕਹਿਣਾ ਮੰਨਦਾ। ਹਾਂਜੀ, ਇਹ 100% ਦਰੁਸਤ ਹੈ। ਜੋ ਵਿਚਾਰ ਸਾਡੇ ਮਨ 'ਚ, ਸਰੀਰ ਉਸ ਤਰੀਕੇ ਨਾਲ ਐਕਟ ਕਰਦਾ ਹੈ। ਬਿਲਕੁਲ ਜੀ। ਮਤਲਬ ਇੱਕ ਹੋਰ ਐਗਜ਼ਾਮਪਲ ਜਿਹੜੀ ਮੈਂ ਗੱਲ ਕਰ ਰਿਹਾ ਸੀ, ਕਹਿੰਦੇ ਜੀ ਵੀ ਇੱਕ ਐਕਸਪੈਰੀਮੈਂਟ ਕੀਤਾ ਗਿਆ ਅਮਰੀਕਾ 'ਚ ਜਾਂ ਕਿਸੇ ਹੋਰ ਵਿਕਸਿਤ ਕੰਟਰੀ ਦੇ ਵਿੱਚ। ਕਹਿੰਦੇ ਵੀ ਇੱਕ ਕੈਦੀ ਸੀਗਾ ਜਿਹੜਾ, ਉਹਨੂੰ ਮੌਤ ਦੀ ਸਜ਼ਾ ਹੋਈ ਸੀ। ਤੇ ਇਹ ਤੈਅ ਕੀਤਾ ਗਿਆ ਕਿ ਆਪਾਂ ਇਹਨੂੰ ਨਾ ਮਤਲਬ ਅਲੱਗ ਤਰੀਕੇ ਨਾਲ ਐਕਸਪੈਰੀਮੈਂਟ ਕਰਨਾ। ਮੌਤ ਦੀ ਸਜ਼ਾ ਤਾਂ ਇਹਨੂੰ ਹੋਈ ਹੈ, ਮਾਰਨਾ ਤਾਂ ਹੈਗਾ ਹੀ ਇਹਨੂੰ ਜੀ। ਤੇ ਕਹਿੰਦੇ ਜੀ ਇਹਨੂੰ ਕੈਦੀ ਨੂੰ ਦੱਸਿਆ ਗਿਆ ਕਿ ਤੈਨੂੰ ਨਾ ਸੱਪ ਲੜਾ ਕੇ ਮਾਰਿਆ ਜਾਊਗਾ। ਅੱਛਾ। ਉਸ ਕੈਦੀ ਨੂੰ ਇੱਕ ਸੱਪ ਦਿਖਾਇਆ ਗਿਆ। ਉਸ ਤੋਂ ਬਾਅਦ ਉਹਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉਹਨੂੰ 2-3 ਚਬਾਏ ਗਏ ਜੀ। ਉਹ 3 ਚਬਾਉਣ ਤੋਂ ਕੁਝ ਸਮੇਂ ਬਾਅਦ ਉਹਦੀ ਮੌਤ ਹੋ ਗਈ ਕੈਦੀ ਦੀ। ਉਹਨੂੰ ਫੀਲ ਹੋ ਗਿਆ, ਪੋਸਟਮਾਰਟਮ ਹੋਇਆ। ਮੈਂ ਕਿਹਾ ਉਹਨੂੰ ਫੀਲ ਹੋ ਗਿਆ ਵੀ ਸੱਪ ਨੇ ਡੰਗ ਮਾਰਤਾ। ਹਾਂ, ਉਹਨੂੰ ਇਹ ਹੋ ਗਿਆ ਜੀ ਵੀ ਮੈਨੂੰ ਸੱਪ, ਉਹਨੂੰ ਯਕੀਨ ਦਵਾਤਾ ਗਿਆ ਵੀ ਸੱਪ ਨੇ ਇਹਦੇ ਕੋਲ ਕੱਟ ਦਿੱਤਾ ਤੈਨੂੰ। ਹਾਂਜੀ। ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕੀਤਾ ਗਿਆ ਤੇ ਉਹਦੀ ਬੋਡੀ ਤੋਂ ਜ਼ਹਿਰ ਪਾਇਆ ਗਿਆ ਜਿਹੜਾ ਐਕਚੁਅਲੀ ਸੱਪ ਤੋਂ ਹੁੰਦਾ। ਮਤਲਬ ਬੋਡੀ ਨੇ ਉਹ ਜ਼ਹਿਰ ਨੂੰ ਬਣਾ ਲਿਆ, ਸਾਡੀ ਸੋਚ ਨੇ ਉਸ ਜ਼ਹਿਰ ਨੂੰ ਨਵਾਂ ਤਰੀਕੇ ਤੋਂ ਬਣਾ ਲਿਆ। ਇੱਕ ਛੋਟੀ ਜਿਹੀ ਤੁਹਾਡੇ ਲਈ ਗੱਲਬਾਤ ਹੈ ਜੀ।
ਗੰਭੀਰ ਮਸਲੇ ਹੁੰਦੇ ਨੇ ਸਾਡੀਆਂ ਸਿਹਤਾਂ ਨੂੰ ਲੈ ਕੇ। ਤੇ ਗੋਪੀ ਬੇਈਮਾਨ ਆਪਾਂ ਨੂੰ ਇੱਕ ਮੈਸੇਜ ਸ਼ੇਅਰ ਕਰ ਰਹੇ ਆ। ਇਹ ਕਹਿੰਦੇ ਮੇਰੇ ਵਾਈਫ ਦੇ ਗਲੇ ਦੇ ਵਿੱਚ ਵੀ ਟੀਬੀ ਦੀ ਗੰਢ ਸੀ। ਸੋ ਬੀਕਾਨੇਰ ਤੋਂ ਜਿਹੜਾ ਟ੍ਰੀਟਮੈਂਟ ਚੱਲਿਆ 6 ਮੰਥ ਦਾ ਇਹ ਕੰਪਲੀਟ ਟ੍ਰੀਟਮੈਂਟ ਸੀਗਾ ਔਰ ਹੁਣ ਉਹ ਕਹਿੰਦੇ ਠੀਕ ਹੈ ਜੀ। ਟੀਬੀ ਦੀ ਗੰਢ ਮਤਲਬ ਦੇਖੋ ਜਿਹੜਾ ਨਾ ਇਹ ਦੁਨੀਆ ਦੀ ਗੰਢਾਂ ਨੇ ਜਾਂ ਮਤਲਬ ਤੁਸੀਂ ਇਹਨੂੰ ਇਹ ਸਮਝ ਸਕਦੇ ਹੋ, ਅਸੀਂ ਇਹਨੂੰ ਇਹ ਮੰਨਦੇ ਜਾਂ ਨੈਚੁਰੋਪੈਥੀ ਨੂੰ ਇਸ ਤਰੀਕੇ ਨਾਲ ਮੰਨਦੀ ਹੈ। ਆਪਾਂ ਜਿਹੜੀ ਗੱਲ ਕਰ ਰਹੇ ਸੀ, ਜਦੋਂ ਸਰੀਰ ਵੇਸਟੇਜ ਨੂੰ ਬਾਹਰ ਕੱਢਦਾ ਹੈ ਉਸ ਵੇਸਟੇਜ ਨੂੰ ਵੀ ਵਾਰ-ਵਾਰ ਰੋਕਦੇ ਆ। ਮੰਨ ਲਓ ਤੁਸੀਂ ਘਰ ਝਾੜੂ ਲਾ ਰਹੇ ਹੋ, ਗੰਦਗੀ ਇਕੱਠੀ ਕੀਤਾ, ਕੀੜਾ ਬਾਹਰ ਸੁੱਟਦੇ, ਕੋਈ ਸੁੱਟਣ ਨਹੀਂ ਦੇ ਰਿਹਾ ਤੁਹਾਨੂੰ। ਇੱਕ ਸਮੇਂ ਤੇ ਤੁਸੀਂ ਇਹੋ ਜਿਹਾ ਫੈਸਲਾ ਲੈ ਸਕਦੇ ਹੋ ਵੀ ਚਲ ਘਰ ਸਾਫ਼ ਦਿਖੇ, ਇਹ ਕੂੜੇ ਨੂੰ ਇਕੱਠਾ ਕਰਕੇ ਕਿਸੇ ਸੋਫੇ ਥੱਲੇ ਲੁਕੋ ਦਿੰਦੇ ਆ। ਸਰੀਰ ਵੀ ਇਹ ਨਹੀਂ ਕਰਦਾ। ਜਦੋਂ ਤੁਸੀਂ ਵਾਰ-ਵਾਰ ਉਹਨੂੰ ਗੰਦਗੀ ਨੂੰ ਬਾਹਰ ਨਹੀਂ ਕੱਢਣ ਦੇ ਰਹੇ, ਵੇਸਟੇਜ ਬਾਹਰ ਨਹੀਂ ਕੱਢਣ ਦੇ ਰਹੇ, ਕਿਉਂਕਿ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਸਾਨੂੰ ਕਿ ਜਿਹੜੀ ਵੀ ਚੀਜ਼ ਖਾਣਾ ਖਾਂਦੀ ਹੈ ਉਹ ਮਨ ਤਿਆਗ ਵੀ ਕਰਦੀ ਹੈ। ਬਿਲਕੁਲ ਸਾਡੇ ਸੈੱਲ ਜਿਹੜੇ ਆ ਉਹ ਖਾਣਾ ਖਾਂਦੇ ਨੇ, ਉਹ ਐਨਰਜੀ ਕ੍ਰੀਏਟ ਕਰਦੇ ਨੇ, ਮਤਲਬ ਆਕਸੀਜਨ ਦੀ ਮਦਦ ਨਾਲ ਗਲੂਕੋਜ਼ ਨੂੰ ਬਰਨ ਕਰਦਾ ਸੈੱਲ, ਤਾਂ ਜਾ ਕੇ ਉਹਨੂੰ ਐਨਰਜੀ ਮਿਲਦੀ ਹੈ। ਤਾਂ ਜਦੋਂ ਉਹ ਬਰਨ ਹੁੰਦੀ ਹੈ ਤਾਂ ਉਹਦੀ ਵੇਸਟੇਜ ਵੀ ਬਚਦੀ ਹੈ। ਉਹ ਵੇਸਟੇਜ ਜਿਹੜੀ ਹੈ ਉਹ ਬਲੱਡ ਦੇ ਵਿੱਚ ਵੀ ਹੋ ਕੇ ਅਲੱਗ-ਅਲੱਗ ਤਰੀਕੇ ਨਾਲ ਪਿਸ਼ਾਬ ਰਾਹੀਂ, ਸਟੂਲ ਰਾਹੀਂ ਤੇ ਪਸੀਨੇ ਰਾਹੀਂ ਅਲੱਗ-ਅਲੱਗ ਤਰੀਕੇ ਨਾਲ ਬੋਡੀ ਬਾਹਰ ਕੱਢਦੀ ਹੈ। ਲੇਕਿਨ ਉਹਦੇ ਲਈ ਜਦੋਂ ਵੇਸਟੇਜ ਕਿਤੇ ਰੁਕਣਾ ਸ਼ੁਰੂ ਹੋ ਜਾਂਦੀ ਹੈ, ਕਿਤੇ ਨਹੀਂ ਪੂਰੀ ਤਰ੍ਹਾਂ ਬਾਹਰ ਕੱਢੀ ਜਾਂਦੀ, ਤਾਂ ਫਿਰ ਬੋਡੀ ਕੋਲ ਅਲੱਗ-ਅਲੱਗ ਟੂਲ ਨੇ। ਜਿਵੇਂ ਨੱਕ ਰਾਹੀਂ ਕੋਈ ਬੈਕਟੀਰੀਆ ਚਲੇਗਾ ਤਾਂ ਉਹ ਛਿੱਕਾਂ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰੂਗੀ, ਨੱਕ ਤੋਂ ਪਾਣੀ ਵਹਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰੂਗੀ। ਕੋਈ ਚੀਜ਼ ਗਲਤ ਖਾ ਲਈ ਹੈ ਫਿਰ ਉਹਨੂੰ ਵੋਮਟਿੰਗ ਦੇ ਰਾਸਤੇ ਬਾਹਰ ਕੱਢਣ ਦੀ ਕੋਸ਼ਿਸ਼ ਕਰੂ। ਹੁਣ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈਂਦੇ ਆਪਾਂ, ਵੀ ਤੁਸੀਂ ਕੁਝ ਗਲਤ ਖਾ ਲਿਆ, ਤੁਹਾਨੂੰ ਨਹੀਂ ਪਤਾ ਲੱਗਾ ਇਹ ਗਲਤ ਹੈ, ਲੇਕਿਨ ਤੁਹਾਡੀ ਬੋਡੀ ਇੰਨੀ ਇੰਟੈਲੀਜੈਂਟ, ਉਹਨੂੰ ਪਤਾ ਲੱਗ ਗਿਆ ਗਲਤ ਹੈ। ਉਹਨੂੰ ਪਤਾ ਲੱਗ ਗਿਆ ਕਿ ਜਿਹੜੀ ਚੀਜ਼ ਹੁਣ ਸਟਮਕ ਦੇ ਵਿੱਚ ਗਈ ਹੈ ਇਸ ਵੇਲੇ, ਜੇ ਇਹ ਡਾਈਜੈਸਟ ਹੋ ਗਈ ਤਾਂ ਇਹਦੇ ਜਿਹੜੇ ਇਨਗਰੀਡੀਐਂਟ ਹੈ ਉਹ ਘਟੀਆ ਕੁਆਲਿਟੀ ਦੇ ਹੋਣਗੇ, ਸੈੱਲ ਉਹਨਾਂ ਨੂੰ ਖਾਣਗੇ ਤਾਂ ਬਿਮਾਰ ਹੋਣਗੇ। ਤੇ ਬੋਡੀ ਡਿਸੀਜਨ ਲੈਂਦੀ ਹੈ ਕਿ ਇਸ ਚੀਜ਼ ਨੂੰ ਬਾਹਰ ਕੱਢਣਾ, ਇਹਨੂੰ ਡਾਈਜੈਸਟ ਨਹੀਂ ਹੋਣ ਦੇਣਾ, ਜਿਹਦੇ ਨਾਲ ਵੋਮਟਿੰਗ ਕ੍ਰੀਏਟ ਹੁੰਦੀ ਹੈ। ਹੁਣ ਕਲਪਨਾ ਕਰਕੇ ਦੇਖੋ ਜੀ, ਇਹ ਵੋਮਟਿੰਗ ਜਦੋਂ ਕਰਦਾ ਬੰਦਾ, ਉਹ ਕਿੰਨਾ ਘਟੀਆ ਕਿਸਮ ਦਾ ਗੰਦਾ ਮਟੀਰੀਅਲ ਹੁੰਦਾ, ਸਮੈਲ ਆਉਂਦੀ ਉਹਦੇ ਤੋਂ ਬਹੁਤ ਭੈੜੀ। ਤੇ ਜਦੋਂ ਅਸੀਂ ਵੋਮਟਿੰਗ ਨੂੰ ਰੋਕਣ ਦੀ ਗੋਲੀ ਖਾਂਦੇ ਆ ਤਾਂ ਇਹਦਾ ਮਤਲਬ ਉਹ ਇੰਨਾ ਗੰਦਾ ਮਟੀਰੀਅਲ ਜਿਹੜਾ ਤੁਹਾਡੇ ਅੰਦਰ ਰੁਕ ਗਿਆ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਖੜੇਗਾ ਹੀ ਕਿਤੇ ਜਾ ਕੇ। ਮਤਲਬ ਤੁਸੀਂ, ਮੈਂ ਉਹ ਕਿਤਾਬ ਦਾ ਜ਼ਿਕਰ ਕਰਦਾ ਤੇ ਉਹਦੇ ਚ ਤਾਂ ਉਸ ਲੇਖਕ ਨੇ ਲਿਖਿਆ, ਕਹਿੰਦਾ ਵੀ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਹੁਣੇ ਜਿਹੜੀ ਵੋਮਟਿੰਗ ਕੀਤੀ ਉਹਨੂੰ ਖਾ ਕੇ ਦਿਖਾ, ਮਤਲਬ ਕਿੰਨੀ ਘਟੀਆ ਗੰਦੀ ਗੱਲ ਹੈ। ਕੋਈ ਵੀ ਵਿਅਕਤੀ ਆਪਣੀ ਕੀਤੀ ਹੋਈ ਵੋਮਟਿੰਗ ਨੂੰ ਦੁਬਾਰਾ ਨਹੀਂ ਖਾ ਸਕਦਾ। ਤੇ ਉਹ ਕਹਿੰਦਾ ਕਿ ਵੋਮਟਿੰਗ ਨੂੰ ਰੋਕਣਾ ਤੇ ਉਹਨੂੰ ਕਰਕੇ ਫਿਰ ਖਾਣਾ ਇੱਕੋ ਹੀ ਬਰਾਬਰ ਗੱਲ ਹੈ। ਓ ਮਾਈ ਗॉड। ਇਹ ਤੇ ਇੱਕ ਚੀਜ਼ ਹੋਰ ਵੀ ਹੈ ਡਾਕਟਰ ਸਾਹਿਬ, ਅਸੀਂ ਕਹਿ ਦਿੰਦੇ ਕਿ ਅਸੀਂ ਜਿਹੜੇ ਲੋਕ ਆ, ਅਸੀਂ ਆਪਣੇ ਪਿੰਡੂ ਪਿਛੋਕੜ ਨਾਲ ਜੁੜੇ ਹੋਏ ਲੋਕ ਆ ਤੇ ਅਸੀਂ ਖੁੱਲੇ ਨੇਚਰ ਦੇ ਵਿੱਚ ਪਲੇ ਬੜੇ ਆ ਤੇ ਖੁੱਲੇ ਹੀ ਸੁਭਾਅ ਦੇ ਮਾਲਕ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਫਿਰ ਮੈਂ ਹੁਣ ਤੁਹਾਡੀਆਂ ਨਾ ਗੱਲਾਂ ਤੋਂ ਨਾ ਮੈਂ ਪਿੰਡ ਜਾ ਪਹੁੰਚੀ ਤੇ ਮੈਂ ਪਿੰਡਾਂ ਦੇ ਵਿੱਚ ਜਿਹੜੀ ਇੱਕ ਗੱਲ ਦੇਖਦੀ ਹੁੰਦੀ ਸੀਗੀ, ਵੈਸੇ ਨਾਰਮਲ ਗੱਲਾਂ ਨੇ ਸਾਰਿਆਂ ਨੂੰ ਪਤਾ ਹੈ, ਪਰ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਉੱਥੇ ਦੁਬਾਰਾ ਗੱਲਾਂ ਕਰੀਏ ਤੇ ਸ਼ਾਇਦ ਉਹ ਚੀਜ਼ਾਂ ਯਾਦ ਆ ਜਾਣ। ਖੁੱਲ ਕੇ ਹੱਸਣਾ, ਖੁੱਲ ਕੇ ਛਿੱਕ ਮਾਰਨੀ, ਖੁੱਲ ਕੇ ਖੰਘਣਾ, ਇਹ ਸਾਡੇ ਜਿਵੇਂ ਕਿ ਨਾਰਮਲ ਜ਼ਿੰਦਗੀ ਦਾ ਪਾਰਟ ਸੀਗਾ। ਪਿੱਛੇ ਜੇ ਸਾਡੇ ਮੇਰੇ ਬੇਟੀ ਨੂੰ ਜਿਹੜਾ ਜ਼ੁਕਾਮ ਹੁੰਦਾ ਤਾਂ ਥੋੜਾ ਨਜ਼ਲੇ ਦੀ ਪ੍ਰੋਬਲਮ ਹੋ ਜਾਂਦੀ ਹੈ, ਤਾਂ ਉਹਨੂੰ ਕਈ ਵਾਰੀ ਕਹਿੰਦੇ ਕਿ ਨੋਜੀ ਸਾਫ਼ ਕਰੋ ਬਾਰ-ਬਾਰ, ਤਾਂ ਉਹਨੇ ਕਹਿਣਾ ਨਹੀਂ, ਸ਼ਰਮ ਆਉਂਦੀ ਹੈ, ਸੰਗ ਆਉਂਦੀ ਹੈ, ਕੀ ਕਹਿਣਗੇ ਕਿ ਇਹਨੇ ਨੋਜੀ ਆਈ ਜਾਂਦੀ ਹੈ, ਇਹ ਬਾਰ-ਬਾਰ ਨੱਕ ਸਾਫ਼ ਕਰੀ ਜਾਂਦੀ ਹੈ। ਤੇ ਫਿਰ ਉਹਨੇ ਜਦੋਂ ਨੱਕ ਵੀ ਸਾਫ਼ ਕਰਨਾ, ਇਉਂ ਕਰਨਾ ਵੀ ਪਤਾ ਹੀ ਨਹੀਂ ਲੱਗਣਾ ਵੀ ਨੱਕ ਸਾਫ਼ ਕਰ ਰਹੀ ਹੈ ਕਿ ਮੂੰਹ ਧੋ ਰਹੀ ਹੈਗੀ। ਫਿਰ ਉਹਨੂੰ ਕਹਿਣਾ ਵੀ ਉੱਚੀ ਅੰਦਰੋਂ ਕੱਢ ਇਹਨੂੰ ਚੀਜ਼ ਨੂੰ, ਕਿਉਂਕਿ ਅੰਦਰ ਹੈ ਤੇਰੇ, ਇਹ ਜਦ ਤੱਕ ਨਿਕਲੂਗੀ ਨਹੀਂ ਸਾਰਾ ਦਿਨ ਅਸੀਂ ਜਵਾਕਾਂ ਨੂੰ ਕਹਿੰਦੇ ਸੁੜ-ਸੁੜ ਕਰੀ ਇਹਨਾਂ ਨੂੰ ਕੱਢ ਦੇ, ਹਨਾ। ਇਸੇ ਤਰ੍ਹਾਂ ਖੰਘ ਨੂੰ ਵੀ ਹੁੰਦਾ ਹੈ, ਅਬ ਕਹਿੰਦੇ ਕਿ ਨਹੀਂ ਸ਼ਰਮ ਆਉਂਦੀ ਹੈ, ਲੋਕ ਕੀ ਕਹਿਣਗੇ, ਥੁੱਕੀ ਜਾਂਦਾ ਬਾਰ-ਬਾਰ, ਕੱਢੀ ਜਾਂਦਾ। ਇਹ ਚੀਜ਼ਾਂ ਮਾਇਨੇ ਰੱਖਦੀਆਂ ਸੀ ਡਾਕਟਰ ਸਾਹਿਬ। ਉਹੀ ਗੱਲ ਹੁਣ ਫੇਰ ਆ ਗਈ ਨਾ ਕਿ ਆਪਾਂ ਬਜ਼ੁਰਗ ਜਿਹੜੇ ਸਾਡੇ ਜ਼ਿਆਦਾ ਬਜ਼ੁਰਗ ਹੋ ਜਾਂਦੇ ਆ, ਇਹਨਾਂ ਨੂੰ ਥੋੜਾ ਜਿਹਾ ਓਵਰ ਏਜ ਚ ਆ ਕੇ ਬਲਗਮ ਜਿਹੜੀ ਖਾਂਸੀ ਹੈ ਉਹ ਸ਼ੁਰੂ ਹੁੰਦੀ ਹੈ, ਜ਼ੁਕਾਮ ਹੋ ਜਾਂਦਾ ਹੈ। ਤੇ ਇਸੇ ਲਈ ਆਪਾਂ ਇੱਕ ਤਸਲਾ ਉਹਦੇ ਵਿੱਚ ਸਵਾਹ ਜਾਂ ਮਿੱਟੀ ਪਾ ਕੇ ਰੱਖਦੇ ਹਾਂ ਕਿ ਉਹ ਚਲੋ ਉਹ ਉੱਠ ਨਹੀਂ ਸਕਦੇ ਤੇ ਆਪਣਾ ਜੋ ਵੀ ਹੈ ਉੱਥੇ ਕਲੀਅਰ ਕਰ ਦੇਣ। ਪਰ ਅੱਧੀਆਂ ਚੀਜ਼ਾਂ ਅਸੀਂ ਸ਼ਰਮੋ ਸ਼ਰਮੀ ਵੀ ਕਰਦੇ ਹਾਂ
ਅਸੀਂ ਤੁਹਾਡੇ ਵਾਲੀ ਗੱਲ ਵੀ ਕਿਸੇ ਚੀਜ਼ ਨੂੰ ਨਹੀਂ ਖਾਣਾ, ਅਸੀਂ ਆਪਣੀ ਡੇਲੀ ਰੂਟੀਨ ਚੋਂ ਨਹੀਂ ਖਾਂਦੇ, ਪਰ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਆ, ਫੰਕਸ਼ਨ ਅਟੈਂਡ ਕਰਦੇ ਆ, ਅਸੀਂ ਸ਼ਰਮ ਚ ਖਾਂਦੇ ਆ ਵੀ ਬਾਕੀ ਸਾਰੇ ਖਾ ਰਹੇ ਆ, ਬਾਕੀ ਸਾਰੇ ਪੀ ਰਹੇ ਆ ਤੇ ਮੈਨੂੰ ਵੀ ਪੀਣਾ ਪਊਗਾ। ਨਹੀਂ, ਅਗਲਾ ਕਹੂਗਾ ਵੀ ਲੈ ਇਹ ਹੁਣ ਚਾਹ ਨਹੀਂ ਪੀਂਦਾ, ਇਹ ਹੁਣ ਮਤਲਬ ਇਹ ਕਾੜਿਆਂ ਤੇ ਰਹੂਗਾ, ਇਹ ਹੁਣ ਕੌਫੀ ਨਹੀਂ ਪੀਂਦਾ, ਇਹ ਹੁਣ ਮਠਿਆਈਆਂ ਨਹੀਂ ਖਾਂਦਾ। ਜਾਂ ਫਿਰ ਅਸੀਂ ਕਹਿੰਦੇ ਕਿ ਜਿਵੇਂ ਕਿਸੇ ਦੇ ਗਿਆ ਘਰ ਗਿਆ, ਈਵਨ ਆਪਣੇ ਘਰ ਦੇ ਵਿੱਚ ਹੀ ਆਪਾਂ ਕਹਿੰਦੇ ਲੈ ਹੁਣ ਮੈਂ ਨੋਜੀ ਸਾਫ਼ ਕਰਾਂ, ਮੈਂ ਖੰਘ ਨੂੰ ਬਲਗਮ ਨੂੰ ਬਾਹਰ ਕੱਢਾਂ, ਨਹੀਂ ਯਾਰ ਲੋ ਬਾਕੀ ਮੈਂਬਰ ਕੀ ਕਹਿਣਗੇ, ਹਨਾ, ਡਿਸਟਰਬ ਹੋਣਗੇ। ਕੁਛ ਮੈਨੂੰ ਲੱਗਦਾ ਉਹੀ ਆ ਗਿਆ ਕਿ ਸਾਡੇ ਇਹ ਜੋ ਸਾਡਾ ਰਹਿਣੀ ਬਹਿਣੀ ਸੈਟਅਪ ਹੈ, ਇਹਨੇ ਵੀ ਕਾਫੀ ਮਸਲਿਆਂ ਨੂੰ ਜਿਹੜਾ ਉਹ ਬਿਮਾਰੀਆਂ ਦੇ ਰੂਪ ਦੇ ਵਿੱਚ ਲੈ ਆਂਦਾ ਹੈ। ਦੇਖੋ ਜਿਹੜੇ ਲਾਈਫ ਸਟਾਈਲ ਡਿਜ਼ੀਜ਼ ਨੇ, ਜਿੰਨੀਆਂ ਬਿਮਾਰੀਆਂ ਅੱਜ ਸਾਡੇ ਕੋਲ ਹੈਗੀਆਂ ਨੇ, ਅੱਜ ਤੋਂ 50 ਸਾਲ ਪਿੱਛੇ ਤੁਸੀਂ ਚਲੇ ਜਾਓ, ਤੁਹਾਨੂੰ 50-60 ਸਾਲ ਪਿੱਛੇ ਜਾਓਗੇ ਤਾਂ ਲਾਈਫ ਸਟਾਈਲ ਡਿਜ਼ੀਜ਼ ਨਹੀਂ ਸੀ ਹੁੰਦੀ ਉਦੋਂ। ਉਦੋਂ ਕਿਸੇ ਨੂੰ ਸ਼ੂਗਰ ਨਹੀਂ ਸੀ ਹੁੰਦੀ, ਕਿਸੇ ਨੂੰ BP ਨਹੀਂ ਸੀ ਹੁੰਦਾ, ਉਦੋਂ ਹੁੰਦੀਆਂ ਸੀ ਬੈਕਟੀਰੀਅਲ ਤੇ ਵਾਇਰਲ ਡਿਜ਼ੀਜ਼। ਕਿਸੇ ਨੂੰ ਮਲੇਰੀਆ ਹੋ ਗਿਆ, ਕਿਸੇ ਨੂੰ ਚੇਚਕ ਹੋ ਗਈ, ਕਿਸੇ ਨੂੰ ਕੁਛ ਇਹੋ ਜਿਹੀ ਬਿਮਾਰੀ ਹੋ ਗਈ, ਹੈ ਨਾ। ਉਹ ਸਾਰੀਆਂ ਬੈਕਟੀਰੀਅਲ ਤੇ ਵਾਇਰਲ ਡਿਜ਼ੀਜ਼ ਹੈਗੀਆਂ ਸੀ ਤੇ ਉਹ ਤਾਂ ਸਾਡੇ ਨਾਲ ਹੀ ਨੇ। ਬੈਕਟੀਰੀਆ ਸਾਡੇ ਨਾਲ ਰਹਿੰਦੇ ਨੇ, ਵਾਇਰਸ ਸਾਡੇ ਨਾਲ ਰਹਿੰਦੇ ਨੇ, ਉਹ ਸਾਡੇ ਅੰਦਰ ਜਾਂਦੇ ਨੇ। ਲੇਕਿਨ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਾਡੇ ਰਹਿਣ ਬਹਿਣ ਕਰਕੇ ਹੀ ਹੈ। ਸਾਡਾ ਖਾਣ ਪੀਣ ਤੇ ਰਹਿਣ ਸਹਿਣ, ਸਾਡਾ ਗਲਤ ਲਾਈਫ ਸਟਾਈਲ ਜਿਹੜਾ ਹੈ, ਉਸੇ ਕਰਕੇ ਬਿਮਾਰੀਆਂ ਜਨਮ ਲੈਂਦੀਆਂ ਨੇ। ਤੇ ਜਦੋਂ ਤੱਕ ਅਸੀਂ ਲਾਈਫ ਸਟਾਈਲ ਨੂੰ ਠੀਕ ਨਹੀਂ ਕਰਦੇ, ਹੁਣ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ, ਹੁਣ ਤਾਂ ਤੁਸੀਂ ਇਹ ਦੇਖੋ ਕਿ ਜੇ ਤੁਸੀਂ 4 ਬੰਦੇ ਖੜੇ ਹੋ, ਇੱਕ ਬੰਦਾ ਛਿੱਕ ਮਾਰੋ ਨਾਲ ਸੌਰੀ ਕਹਿੰਦਾ। ਬਿਲਕੁਲ ਸਾਡੇ ਨਾਲ ਦੀਆਂ ਬੜੀਆਂ ਗਰਲਸ ਨੇ, ਮੈਂ ਹਾਸੀ ਚ ਲੈ ਜੰਨੀ ਆ, ਉਹ ਛਿੱਕ ਮਾਰ ਕੇ ਕਹਿੰਗੇ ਸੌਰੀ, ਮੈਂ ਕਹਿੰਦੀ ਮਾਫ ਕੀਤਾ, ਤੂੰ ਵੀ ਕੀ ਯਾਦ ਕਰੇਂਗੀ। ਤੇ ਉਹ ਮਗਰੋਂ ਕਹਿ ਦਿੰਦੇ ਮੈਡਮ ਤੁਹਾਨੂੰ ਨਾ ਥੋੜਾ ਸਟਾਈਲ ਦੇ ਵਿੱਚ ਰਹਿਣਾ ਨਹੀਂ ਆਉਂਦਾ। ਮੈਂ ਕਿਹਾ ਖੋ ਖਾਤੇ ਗਿਆ ਸਟਾਈਲ, ਹੁਣ ਛਿੱਕ ਮਾਰੀ ਹੈ, ਤੇਰੀ ਬੋਡੀ ਨੇ ਛਿੱਕ ਨੂੰ ਬਾਹਰ ਕੱਢਿਆ ਹੈਗਾ, ਤੇ ਫਿਰ ਇਹਦੇ ਵਿੱਚ ਤੂੰ ਮਾਫੀ ਕਾਹਤੋਂ ਮੰਗਦੀ ਹੈ? ਤੇਰੀ ਬੋਡੀ ਨੇ ਉਸ ਹਵਾ ਨੂੰ ਬਾਹਰ ਕੱਢਿਆ ਜੋ ਨਹੀਂ ਅੰਦਰ ਰੱਖਣਾ ਚਾਹੁੰਦੀ, ਤੇ ਤੂੰ ਐਵੇਂ ਮਾਫੀ ਦੀ ਜਾਚਕ ਬਣੀ ਰਹਿੰਦੀ। ਸਾਡੀ ਕਈ ਵਾਰੀ ਨਾ ਮਿੱਠੀ ਮਿੱਠੀ ਗੱਲ ਤੋਂ ਕੌੜੀ ਗੱਲ ਹੋ ਜਾਂਦੀ, ਤੇ ਉਹ ਮੈਨੂੰ ਨਾ ਜਿੱਦਾਂ ਇੱਕ ਬੁਢਾਪੇ ਏਜ ਚ ਲੈ ਕੇ ਚੱਲਦੀਆਂ ਨੇ ਕਿ ਨਹੀਂ ਜੀ ਤੁਸੀਂ ਓਵਰ ਹੋ ਚੁੱਕੇ ਹੋ, ਤੁਹਾਡੀ ਸੋਚਣੀ ਓਵਰ ਹੈ। ਅੱਜ ਕੱਲ ਜਿਹੜੀ ਮੈਂਟੈਲਿਟੀ ਹੈ, ਜਿਹੜਾ ਯੰਗ ਏਜ ਪਰਸਨ ਹੈ ਨਾ, ਉਹ ਤੁਹਾਡੇ ਵਾਂਗੂ ਨਹੀਂ ਸੋਚਦਾ। ਸੌਰੀ ਕਹਿਣਾ ਬੰਦਾ ਹੈ, ਅਸੀਂ ਗਲਤੀ ਕੀਤੀ ਹੈ। ਮੈਂ ਕਾਹਦੀ ਗਲਤੀ ਕੀਤੀ ਹੈ? ਕਹਿੰਦੇ ਉੱਚੀ ਲਾਊਡ ਆਵਾਜ਼ ਦੇ ਵਿੱਚ ਛਿੱਕ ਮਾਰੀ ਹੈ। ਮੈਂ ਕਿਹਾ ਤੁਹਾਡੀ ਬੋਡੀ ਨੇ ਮਾਰੀ ਹੈ, ਤੁਸੀਂ ਤਾਂ ਛਿੱਕ ਮਾਰੀ ਨਹੀਂ, ਤੁਹਾਡੇ ਬੋਡੀ ਨੇ ਇਹ ਚੀਜ਼ ਕੀਤੀ ਹੈ ਤੇ ਬੋਡੀ ਮੰਗੇ ਸੌਰੀ। ਕਹਿੰਦੇ ਫਿਰ ਬੋਡੀ ਅਸੀਂ ਹੈ। ਮੈਂ ਕਿਹਾ ਨਹੀਂ, ਤੁਸੀਂ ਨਹੀਂ ਇਹ ਚੀਜ਼ਾਂ ਸਮਝ ਸਕਦੇ, ਜੋ ਸਾਡੀ ਬੋਡੀ ਕਰ ਰਹੀ ਹੈ ਉਹਨੂੰ ਕਰਨ ਦਿਓ, ਤੁਸੀਂ ਕਿਉਂ? ਅੱਛਾ, ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਸਾਡੀ ਬੋਡੀ ਕਰਦੀ ਹੈ, ਅਸੀਂ ਉਹਨਾਂ ਨੂੰ ਉਹੀ ਤੁਹਾਡੇ ਵਾਲੀ ਗੱਲ ਰੋਕਦੇ ਹਾਂ ਤਾਂ ਸਾਡੇ ਸਰੀਰ ਨੂੰ ਪ੍ਰੋਬਲਮ ਹੁੰਦੀ ਹੈ। ਤੇ ਫਿਰ ਮੈਂ ਇਹ ਚੀਜ਼ ਤੋਂ ਬੜੀ ਮੈਨੂੰ ਹਾਸੀ ਆਉਂਦੀ ਹੁੰਦੀ ਹੈ, ਉਧਰੋਂ ਛਿੱਕ ਮਾਰਨੇ ਨੂੰ ਕਹਿੰਦੇ ਸੌਰੀ ਜੀ। ਮਤਲਬ ਇਹ ਇਸ ਤਰ੍ਹਾਂ ਹੋ ਗਿਆ ਕਿ ਛਿੱਕ ਮਾਰਨਾ ਤੇ ਬਹੁਤ ਵੱਡੀ ਗਲਤੀ ਹੋ ਗਈ। ਜੀ ਮਤਲਬ ਜਦੋਂ ਕਿ ਜੇ ਹੁਣ ਦੇਖੋ ਆਪਾਂ ਸਾਰੀਆਂ ਚੀਜ਼ਾਂ ਸਮੱਸਿਆਵਾਂ ਦੀ ਗੱਲ ਕੀਤੀ ਹੈ, ਇਹ ਟੈਂਪਰੇਰੀ ਮੈਡੀਕਲ ਕੰਡੀਸ਼ਨ ਕਹੀਆਂ ਜਾ ਸਕਦੀਆਂ, ਬਿਮਾਰੀਆਂ ਨਹੀਂ ਹੈਗੀਆਂ। ਦੇਖੋ ਛਿੱਕ ਆਉਣਾ ਕੋਈ ਬਿਮਾਰੀ ਨਹੀਂ ਹੈ, ਲਗਾਤਾਰ ਛਿੱਕਾਂ ਆਉਣੀਆਂ ਵੀ ਕੋਈ ਬਿਮਾਰੀ ਨਹੀਂ। ਜੀ ਨੱਕ ਚੋਂ ਪਾਣੀ ਵਗਣਾ ਕੋਈ ਬਿਮਾਰੀ ਨਹੀਂ ਹੈ, ਲੂਜ਼ ਮੋਸ਼ਨ ਕੋਈ ਬਿਮਾਰੀ ਨਹੀਂ ਹੈ, ਬੁਖਾਰ ਕੋਈ ਬਿਮਾਰੀ ਨਹੀਂ ਹੈ। ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਟੈਂਪਰੇਰੀ ਮੈਡੀਕਲ ਕੰਡੀਸ਼ਨ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਸਾਡਾ ਸਰੀਰ ਆਪਣੀ ਸਫਾਈ ਕਰ ਰਿਹਾ। ਮੈਂ ਅੱਗੇ ਮੈਨੂੰ ਕਿਹਾ ਸੀ ਵੀ ਤੁਸੀਂ ਰੋਜ਼ ਘਰ ਝਾੜੂ ਲਾਉਣੇ ਆ, ਤੁਹਾਨੂੰ 15 ਮਿੰਟ ਲੱਗਦੇ ਨੇ। ਆਰਾਮ ਨਾਲ ਰੂਟੀਨ ਚ ਝਾੜੂ ਲਾਉਣੇ, ਤੁਸੀਂ 15 ਮਿੰਟ ਚ ਘਰ ਝਾੜੂ ਦਾ ਕੰਮ ਨਿਬੇੜ ਲੈਣੇ। ਲੇਕਿਨ ਜਿੱਦਣ ਹਨੇਰੀ ਚੱਲੀ ਹੋਵੇ, ਤੁਹਾਡੇ ਘਰ ਚ ਬਹੁਤ ਸਾਰੀ ਮਿੱਟੀ, ਬਹੁਤ ਸਾਰੇ ਪੱਤੇ ਜਾਂ ਹੋਰ ਚੀਜ਼ਾਂ ਆ ਕੇ ਡਿੱਗ ਪਈਆਂ ਨੇ, ਉਦੋਂ ਤੁਹਾਨੂੰ ਝਾੜੂ ਲਾਉਣ ਨੂੰ ਘੰਟਾ ਲੱਗ ਸਕਦਾ ਜਾਂ 1.5 ਘੰਟਾ ਲੱਗ ਸਕਦਾ। ਹੁਣ ਸਾਡੀ ਬੋਡੀ ਜਦੋਂ ਰੂਟੀਨ ਸਾਰਾ ਕੰਮ ਕਰ ਰਹੀ ਆ, ਅਸੀਂ ਸਕੂਲ ਪਾਸ ਕਰਦੇ ਹਾਂ, ਸਵੇਰੇ ਜਾਂਦੇ ਹਾਂ, ਯੂਰਿਨ ਪਾਸ ਕਰਦੇ ਆ, ਇਹ ਸਾਡੀ ਰੂਟੀਨ ਹੈਗੀ ਹੈ। ਜਦੋਂ ਬੋਡੀ ਨੂੰ ਕੋਈ ਐਮਰਜੈਂਸੀ ਆ ਗਈ, ਮੰਨ ਲਓ ਕਿ ਹਨੇਰੀ ਝੁੱਲੀ ਹੈ, ਅੰਦਰ ਗੰਦਗੀ ਜਮ੍ਹਾਂ ਹੋ ਗਈ, ਹੁਣ ਉਸ ਗੰਦਗੀ ਨੂੰ ਕੱਢਣਾ ਬੋਡੀ ਨੇ, ਤਾਂ ਉਹਦੇ ਲਈ ਸਾਨੂੰ ਮਿਹਨਤ ਤਾਂ ਕਰਨੀ ਪਊਗੀ ਨਾ। ਡਿਸਕੰਫਰਟ ਹੁੰਦਾ ਹੈ, ਮਤਲਬ ਜ਼ੁਕਾਮ ਹੋਇਆ ਤੁਹਾਨੂੰ 3 ਦਿਨ, ਮਤਲਬ ਆਮ ਤੌਰ ਤੇ ਜਿੰਨੀਆਂ ਵੀ ਬੈਕਟੀਰੀਅਲ ਵਾਇਰਲ ਡਿਜ਼ੀਜ਼ ਨੇ, ਉਹ 3 ਤੋਂ 7 ਦਿਨ ਦਾ ਸਮਾਂ ਲੱਗਦਾ। ਵਾਇਰਲ ਬੁਖਾਰ ਹੈ, ਇਹ ਲਈ ਕਿਹਾ ਜਾਂਦਾ ਕਿ ਜੇ ਤਾਂ ਭਾਈ ਤੁਸੀਂ ਦਵਾਈ ਲੈ ਲਓਗੇ ਤਾਂ ਇਹ 7 ਦਿਨਾਂ ਚ ਠੀਕ ਹੋ ਜਾਊਗਾ, ਜੇ ਦਵਾਈ ਨਹੀਂ ਲਓਗੇ ਤਾਂ 1 ਹਫ਼ਤਾ ਲੱਗੂਗਾ। ਬਿਲਕੁਲ ਜੀ, ਹੈ ਨਾ। ਮਤਲਬ ਜਿਹੜੀ ਵਾਇਰਲ ਡਿਜ਼ੀਜ਼ ਹੈ, ਹੁਣ ਆਪਾਂ ਇਹ ਗੱਲ ਸੋਚ ਕੇ ਦੇਖੀਏ ਵੀ ਮਤਲਬ ਜ਼ੁਕਾਮ ਜਿਹੜਾ ਹੈ ਜਾਂ ਮਤਲਬ ਨਜ਼ਲਾ ਜਦੋਂ ਹੁੰਦਾ ਹੈ, ਸਾਡੇ ਅੰਦਰੋਂ ਰੇਸ਼ਾ ਨਿਕਲਦੀ ਹੈ, ਬਲਗਮ ਨਿਕਲਦੀ ਹੈ। ਹੁਣ ਤੁਸੀਂ ਉਹਨੂੰ ਟੈਸਟ ਕਰਾ ਕੇ ਤਾਂ ਦੇਖ ਲਓ। ਮਤਲਬ ਆਪਾਂ ਉਂਝ ਗੱਲ ਕਰੀਏ, ਜਾ ਕੇ ਲੈਬੋਰਟਰੀ ਟੈਸਟ ਕਰਾਓ ਜੀ, ਬਲਗਮ ਜਿਹੜੀ ਬਾਹਰ ਕੱਢੀ ਹੈ ਕੀ ਹੈ, ਦੈਟ ਇਜ਼ ਜਸਟ ਵੇਸਟੇਜ।
ਮਤਲਬ ਅਸੀਂ ਲੂਜ਼ ਮੋਸ਼ਨ ਤੇ ਸਾਡੇ ਸਰੀਰ ਤੋਂ ਬਾਹਰ ਕੀ ਜਾ ਰਿਹਾ, ਵੋਮਟਿੰਗ ਵੇਲੇ ਸਾਡੇ ਸਰੀਰ ਤੋਂ ਬਾਹਰ ਕੀ ਜਾ ਰਿਹਾ, ਨਾ ਤਾਂ ਸਾਡੀ ਪ੍ਰੈਸਟੀਜ ਹੈ, ਨਾ ਹੀ ਸਾਡੀ ਕੋਈ ਕੀਮਤੀ ਚੀਜ਼ ਹੈ ਜਿਹੜੀ ਬਾਹਰ ਜਾ ਰਹੀ ਹੈ, ਗੰਦਗੀ ਹੀ ਤਾਂ ਜਾ ਰਹੀ ਹੈ। ਗੰਦਗੀ, ਜੀ ਬਿਲਕੁਲ, ਹੈ ਨਾ। ਤੇ ਉਸ ਗੰਦਗੀ ਨੂੰ ਅੰਦਰ ਰੋਕਣਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈਗਾ ਜੀ। ਤੇ ਦੂਸਰੀ ਗੱਲ ਜਿਹੜੀ ਆਪਾਂ ਲਾਈਫ ਸਟਾਈਲ ਦੀ ਕਰਦੇ ਹਾਂ, ਦੇਖੋ ਅਸੀਂ ਜਦੋਂ ਕੋਈ ਵੀ ਖੋਜ ਜਿਹੜੀ ਹੈ ਨਾ ਉਹ ਕੀਤੀ ਜਾਂਦੀ ਹੈ, ਹਮੇਸ਼ਾ ਉਹਦੇ ਪਿੱਛੇ ਇੱਕ ਕਾਰਨ ਹੁੰਦਾ ਵੀ ਇਹਦੇ ਨਾਲ ਮਨੁੱਖਤਾ ਦਾ ਭਲਾ ਹੋਵੇ ਜਾਂ ਸੁਵਿਧਾ ਕੋਈ ਮਿਲੇ ਮਨੁੱਖ ਨੂੰ, ਹੈ ਨਾ। ਲੇਕਿਨ ਉਹ ਜਦੋਂ ਖੋਜ ਪੂੰਜੀਪਤੀਆਂ ਦੇ ਹੱਥ 'ਚ ਆ ਜਾਂਦੀ ਹੈ, ਹੁਣ ਹੋ ਕੀ ਰਿਹਾ, ਤੁਸੀਂ ਇਹਨੂੰ ਥੋੜਾ ਜਿਹਾ ਧਿਆਨ ਦਿਓ ਵੀ ਇੱਕ ਪ੍ਰੋਡਕਟ ਤਿਆਰ ਕਰਦੀ ਹੈ ਕੰਪਨੀ, ਚਾਹੇ ਉਹ ਖਾਣ ਵਾਲੀ ਚੀਜ਼ ਹੈ ਚਾਹੇ ਪਹਿਨਣ ਵਾਲੀ ਚੀਜ਼ ਹੈ, ਇੱਕ ਪ੍ਰੋਡਕਟ ਤਿਆਰ ਕੀਤਾ ਜਾਂਦਾ। ਉਸ ਤੋਂ ਬਾਅਦ ਉਹ ਪ੍ਰੋਡਕਟ ਤੁਹਾਡੀ ਜ਼ਰੂਰਤ ਨਹੀਂ ਹੈ, ਤੁਹਾਡਾ ਕੰਮ ਉਹਦੇ ਤੋਂ ਬਿਨਾਂ ਚੱਲ ਰਿਹਾ ਹੈ, ਲੇਕਿਨ ਉਹਦਾ ਪ੍ਰਚਾਰ ਟੈਲੀਵਿਜ਼ਨ ਤੇ ਕੀਤਾ ਜਾਂਦਾ, ਉਹਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ, ਕਿਸੇ ਸੈਲੀਬ੍ਰਿਟੀ ਤੋਂ ਉਹਦੇ ਬਾਰੇ ਚੰਗੀਆਂ ਚੰਗੀਆਂ ਗੱਲਾਂ ਕਹਾਈਆਂ ਜਾਂਦੀਆਂ ਤੇ ਤੁਸੀਂ ਉਸ ਚੀਜ਼ ਨੂੰ ਖਰੀਦਣਾ ਸ਼ੁਰੂ ਕਰ ਦਿਓ, ਯੂਜ਼ ਕਰਨਾ ਸ਼ੁਰੂ ਕਰ ਦਿਓ ਜੀ। ਹੁਣ ਤੁਸੀਂ ਇਹ ਦੇਖੋ ਪੂੰਜੀਵਾਦੀ ਮਾਡਲ ਇਵੇਂ ਹੀ ਕੰਮ ਕਰਦਾ। ਤੁਸੀਂ ਦੇਖੋ ਵੀ ਮੈਨੂੰ ਯਾਦ ਹੈ ਜਦੋਂ ਮੈਂ 5ਵੀਂ 6ਵੀਂ 'ਚ ਪੜ੍ਹਦਾ ਸੀ ਤਾਂ ਸਾਡੇ ਘਰ 'ਚ ਇੱਕੋ ਹੀ ਸਾਬਣ ਆਉਂਦਾ ਸੀ, ਉਸੇ ਸਾਬਣ ਨਾਲ ਕੱਪੜੇ ਧੋਏ ਜਾਂਦੇ ਸੀ, ਉਸੇ ਸਾਬਣ ਨਾਲ ਸਿਰ ਧੋਇਆ ਜਾਂਦਾ ਸੀ, ਉਸੇ ਸਾਬਣ ਨਾਲ ਪਿੰਡਾ ਲਾ ਲਿਆ ਜਾਂਦਾ ਸੀ। ਹਾਂ ਸਹੀ ਹੈ ਜੀ। ਉਸ ਤੋਂ ਬਾਅਦ ਫਿਰ ਨਹਾਉਣ ਵਾਲਾ ਸਾਬਣ ਵੱਖਰਾ ਹੋ ਗਿਆ, ਕੱਪੜੇ ਧੋਣ ਵਾਲਾ ਵੱਖਰਾ ਹੋ ਗਿਆ ਜੀ। ਅੱਜ ਤੁਸੀਂ ਆਪਣੇ ਵਾਸ਼ਰੂਮ ਵਿੱਚ ਦੇਖੋ ਕਿੰਨਾ ਕੁਛ ਪਿਆ, ਬਹੁਤ ਕੁਛ ਪਿਆ ਜੀ। ਬਿਲਕੁਲ, ਕਈ ਥਾਵਾਂ ਤੇ ਤਾਂ ਹਰ ਮੈਂਬਰ ਦਾ ਵੱਖਰਾ ਸਾਬਣ ਹੈ। ਬਿਲਕੁਲ ਹੁੰਦਾ ਜੀ। ਵਾਲ ਧੋਣ ਦਾ ਫਿਰ ਸ਼ੈਂਪੂ ਹੈ, ਫਿਰ ਕੰਡੀਸ਼ਨਰ ਹੈ, ਫਿਰ ਪਤਾ ਨਹੀਂ ਕਿਆ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਸਾਡੀ ਜ਼ਰੂਰਤ ਨਹੀਂ ਸੀਗੀਆਂ। ਇਹ ਪੂੰਜੀਵਾਦ ਨੇ ਸਾਨੂੰ ਮਤਲਬ ਆਪਦੇ ਮੁਨਾਫੇ ਨੂੰ ਕਮਾਉਣ ਲਈ ਸਾਨੂੰ ਪ੍ਰੇਰਿਤ ਕੀਤਾ, ਇਹਨਾਂ ਚੀਜ਼ਾਂ ਨੂੰ ਵਰਤਣ ਲਈ ਸਾਨੂੰ ਨਲਾਇਕ ਕੀਤਾ, ਸਾਨੂੰ ਲਲਚਾਇਆ। ਸਾਨੂੰ ਇਹ ਲੱਗਿਆ ਵੀ ਦੇਖੋ ਜੇ ਸਟੇਟਸ ਨੂੰ ਮੇਨਟੇਨ ਕਰਨਾ ਤਾਂ ਚੀਜ਼ਾਂ ਤਾਂ ਜ਼ਰੂਰੀ ਨੇ। ਇਹ ਖਾਣ ਪੀਣ ਵਾਲੀਆਂ ਚੀਜ਼ਾਂ ਮਤਲਬ ਇੱਕ ਪ੍ਰੋਡਕਟ ਕੰਪਨੀ ਨੇ ਤਿਆਰ ਕੀਤਾ, ਉਸ ਪ੍ਰੋਡਕਟ ਦੇ ਵਿੱਚ ਇੰਗਰੀਡੀਐਂਟ ਕੀ ਹੈ, ਉਹਦੀ ਨਿਊਟ੍ਰੀਸ਼ਨ ਵੈਲਿਊ ਕਿਸ ਵੱਲ ਕਿਸੇ ਦਾ ਧਿਆਨ ਨਹੀਂ। ਉਹਦਾ ਪ੍ਰਚਾਰ ਹੋਇਆ ਟੈਲੀਵਿਜ਼ਨ ਤੇ ਲਗਾਤਾਰ ਉਹਦੀ ਐਡ ਆਈ ਤੇ ਅਸੀਂ ਉਹਨੂੰ ਖਰੀਦ ਕੇ ਖਾਣਾ ਸ਼ੁਰੂ ਕਰ ਲਿਆ ਜੀ। ਬਿਲਕੁਲ ਜੀ। ਮਤਲਬ ਪੂੰਜੀਵਾਦ ਜਿਹੜਾ ਕੰਮ ਕਰਦਾ ਉਹ ਇਸ ਤਰ੍ਹਾਂ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇੱਕ ਕੰਪਨੀ ਹੈ ਜਿਹੜੀ ਸਿਗਰਟ ਵੀ ਬਣਾਉਂਦੀ ਹੈ ਤੇ ਕੈਂਸਰ ਦੀ ਦਵਾ ਵੀ ਬਣਾਉਂਦੀ ਹੈ ਜੀ। ਮਤਲਬ ਪੂੰਜੀਵਾਦ ਜਿਹੜਾ ਉਹ ਇਵੇਂ ਕੰਮ ਕਰਦਾ ਵੀ ਪਹਿਲਾਂ ਇਹੋ ਜਿਹੇ ਖਾਣੇ ਬਣਾਓ, ਉਹਨਾਂ ਦਾ ਪ੍ਰਚਾਰ ਕਰੋ, ਲੋਕਾਂ ਨੂੰ ਉਹ ਖਾਣੇ ਖਾਣ ਲਈ ਤਿਆਰ ਕਰ ਦਿਓ, ਖਾਣਗੇ ਫਿਰ ਬਿਮਾਰ ਹੋਣਗੇ, ਫਿਰ ਅਸੀਂ ਦਵਾ ਵੇਚਾਂਗੇ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਸਿੰਪਲ ਹੋਰ ਐਗਜ਼ਾਮਪਲ ਦੇਖੋ, ਜਦੋਂ ਤੁਸੀਂ ਕਿਸੇ ਮਰੀਜ਼ ਦੀ ਖਬਰ ਲੈਣ ਜਾਂਦੇ ਹਸਪਤਾਲ 'ਚ ਤਾਂ ਕੀ ਲੈ ਕੇ ਜਾਂਦੇ ਹੋ? ਫਰੂਟ ਲੈ ਕੇ ਜਾਂਦੇ ਆ। ਕਦੀ ਕੋਈ ਬੰਦਾ ਹਸਪੀਟਲ 'ਚ ਪੇਸ਼ੈਂਟ ਦੀ ਖਬਰ ਲੈਣ ਗਿਆ ਪੀਜ਼ਾ ਲੈ ਕੇ ਗਿਆ ਪੇਸ਼ੈਂਟ? ਕੋਈ ਗੱਲ ਨਹੀਂ ਜੀ, ਵੇਟ ਕਰ ਲਓ। ਮੈਨੂੰ ਲੱਗਦਾ ਮਾਡਰਨ ਸੁਸਾਇਟੀ ਇਹ ਵੀ ਸ਼ੁਰੂ ਕਰ ਲੂਗੀ, ਇਹ ਥੋੜਾ ਟਾਈਮ ਹੀ ਜਾਂਦਾਗਾ ਪੀਜ਼ੇ। ਦੇਖੋ ਸਾਡੇ ਕਿਤੇ ਨਾ ਕਿਤੇ ਅਚੇਤ ਮਨ 'ਚ ਗੱਲ ਪਈ ਆ ਕਿ ਮਰੀਜ਼ ਨੂੰ ਫਰੂਟ ਲੈ ਕੇ ਜਾਣਾ ਜੀ। ਬਿਲਕੁਲ, ਇਹਦਾ ਮਤਲਬ ਸਾਨੂੰ ਕਿਤੇ ਨਾ ਕਿਤੇ ਸਮਝ ਆ ਕਿ ਫਰੂਟ ਜਿਹੜਾ ਉਹ ਮਰੀਜ਼ ਲਈ ਚੰਗੀ ਚੀਜ਼ ਆ। ਦੋਨੋਂ ਚੀਜ਼ਾਂ ਜਾਂਦੀਆਂ ਨੇ। ਤੁਸੀਂ ਇੱਥੇ ਇੱਕ ਚੀਜ਼ ਹੋਰ ਨੋਟ ਕਰੋ, ਜੇ ਆਪਾਂ ਨੈਚੁਰਲਪੈਥੀ ਦੇ ਵਿੱਚ ਇਸ ਕੁਦਰਤ ਕਾਇਨਾਤ ਦੀ ਗੱਲ ਕਰਦੇ ਹਾਂ, ਵਿਦਆਊਟ ਮੈਡੀਸਨ ਅਸੀਂ ਗੱਲ ਕਰਦੇ ਹਾਂ, ਤੇ ਪੇਸ਼ੈਂਟ ਦੇ ਲਈ ਹਮੇਸ਼ਾ ਦੋ ਚੀਜ਼ਾਂ ਤਾਂ ਕੋਈ ਨਾ ਕੋਈ ਦੋ ਤਾਂ ਲੈ ਕੇ ਜਾਂਦਾ ਨਹੀਂ। ਇੱਕ ਤਾਂ ਫਾਈਨਲੀ ਹੈ ਕਿ ਫਰੂਟ ਤਾਂ ਲੈ ਕੇ ਜਾਣਾ, ਤੇ ਨਾਲ ਕੁਝ ਫੁੱਲ ਵੀ ਲੈ ਕੇ ਜਾਂਦਾ ਕਿ ਉਹ ਕੁਦਰਤ ਦੇ ਨਾਲ ਜੁੜ ਜੇ, ਉਹਦਾ ਚਿਹਰਾ ਉਹਨਾਂ ਫੁੱਲਾਂ ਵਰਗਾ, ਉਹਨੂੰ ਦੇਖ ਕੇ ਮੁਸਕਰਾ ਪਏ ਉਹ। ਤਾਂ ਅਸੀਂ ਕੁਦਰਤ ਉਹਨੂੰ ਪਰੋਸਦੇ ਹਾਂ, ਪਰ ਜਦੋਂ ਠੀਕ ਹੋ ਕੇ ਉਸ ਕੁਦਰਤ ਦੇ ਵਿੱਚ ਆ ਜਾਂਦਾ ਫਿਰ ਭੁੱਲ ਜਾਂਦਾ ਉਸ ਕੁਦਰਤ ਨੂੰ। ਇੱਥੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਪੇਸ਼ੈਂਟ ਦੀ ਖਬਰ ਲੈਣ ਗਿਆ, ਉਹਦੇ ਲਈ ਫਲ ਲੈ ਕੇ ਗਿਆ, ਫੁੱਲ ਲੈ ਕੇ ਗਿਆ, ਤੇ ਉਸ ਤੋਂ ਵਿਹਲਾ ਗੇਰ ਕੇ ਆਪ ਹਸਪਤਾਲ ਦੀ ਕੰਟੀਨ 'ਚ ਪੀਜ਼ਾ ਖਾ ਰਿਹਾ। ਹਾਂਜੀ ਚਲੋ ਜੀ। ਤੇ ਇੱਕ ਨੂੰ ਮੈਨੂੰ ਮਾੜੇ ਹੈਡਫੋਨ ਚੇਂਜ ਕਰਨ ਤੋਂ ਮੇਰੀ ਬੈਟਰੀ ਸਲੋ ਹੋ ਗਈ ਜੀ। ਮੇਰੇ ਨਾਲ ਤੁਸੀਂ ਸ਼ਾਮਿਲ ਹੋ ਜੀ। ਬਾਬੂ ਸਿੰਘ ਮਾਨ ਜੀ ਆ ਚੁੱਕੇ ਹੋ ਤੁਸੀਂ। ਮੈਨੇ ਹਾਜ਼ਰੀ ਲਗਾਣਾ। ਪ੍ਰੇਮ ਸਿੰਘ ਆਸਟ੍ਰੇਲੀਆ ਤੁਸੀਂ ਵੀ ਸ਼ਾਮਿਲ ਹੋ।
ਇੰਜੀਨੀਅਰ ਮੰਦਰ ਸਿੰਘ ਰੋਮਾਣਾ ਜੀ ਤੁਸੀਂ ਵੀ ਸ਼ਾਮਿਲ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਰਾਮਜੀਤ ਖੰਗੂੜਾ ਤੁਸੀਂ ਵੀ ਸ਼ਾਮਿਲ ਹੋ। ਸੋ ਬਲਜੀਤ ਸਿੰਘ ਜੀ ਤੁਸੀਂ ਵੀ ਅੱਜ ਦੇ ਦਿਨ ਦੇ ਵਿੱਚ ਸ਼ਾਮਿਲ ਹੋ। ਸੋ ਜਿੰਨੇ ਜਣੇ ਮੇਰੇ ਨਾਲ ਜੁੜੀ ਜਾਂਦੇ ਆਪਾਂ ਇੱਕ ਵਾਰੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਵੀ ਹੈ। ਸੋ ਆ ਰਹੀ ਹੈ ਜੀ ਆਵਾਜ਼? ਹਾਂਜੀ ਸਹੀ ਹੈ ਜੀ। ਤਾਂ ਤੁਸੀਂ ਇਹ ਦੇਖੋ ਵੀ ਪੇਸ਼ੈਂਟ ਲਈ ਫਲ ਲੈ ਕੇ ਗਏ ਤੇ ਆਪ ਬਾਹਰ ਕੰਟੀਨ ਚ ਜਾ ਕੇ 버ਗਰ ਪੀਜ਼ਾ ਖਾ ਰਿਹਾ ਬੰਦਾ। ਹਾਂਜੀ। ਤੇ ਉਹ ਇਹ ਕਹਿ ਰਿਹਾ ਹਸਪੀਟਲ ਵਾਲਿਆਂ ਨੂੰ ਵੀ ਭਾਈ ਚਿੰਤਾ ਨਾ ਕਰੋ, ਇਹਨੂੰ ਫਲ ਖਿਲਾਤੇ ਤਾਂ ਠੀਕ ਹੋ ਕੇ ਚਲਿਆ ਜਾਏਗਾ ਤੇ ਅਸੀਂ ਤਿਆਰ ਆ ਬਾਅਦ ਚ ਬੈਡ ਮੱਲਣ ਨੂੰ। ਜੀ ਹੈ ਨਾ? ਹਾਂਜੀ। ਤੇ ਤੁਸੀਂ ਇਹ ਦੇਖੋ ਇਹ ਵੀ ਇੱਕ ਸਾਜ਼ਿਸ਼ ਹੈ। ਹਸਪੀਟਲ ਦੇ ਅੰਦਰ ਡਾਕਟਰਾਂ ਨੂੰ ਪਤਾ ਨਹੀਂ ਹੈ ਵੀ ਇਹ ਫਾਸਟ ਫੂਡ ਨੁਕਸਾਨ ਕਰਦਾ ਹੈ। ਹਾਂਜੀ। ਉਸ ਹਸਪੀਟਲ ਦੀ ਮੈਨੇਜਮੈਂਟ ਨੂੰ ਨਹੀਂ ਪਤਾ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ। ਤੁਸੀਂ ਹਸਪਤਾਲ ਦੀ ਕੰਟੀਨ 'ਚ ਜਾ ਕੇ ਦੇਖੋ, ਤੁਹਾਨੂੰ ਉੱਥੇ ਬ੍ਰੈਡ ਪਕੌੜੇ ਮਿਲਣਗੇ, ਸਮੋਸੇ ਮਿਲਣਗੇ। ਜੋ ਖਾਣਾ ਤੁਹਾਨੂੰ ਬਿਮਾਰ ਕਰਦਾ ਹੈ ਉਹ ਖਾਣਾ ਤੁਹਾਨੂੰ ਹਸਪਤਾਲ ਦੀ ਕੰਟੀਨ 'ਚੋਂ ਮਿਲ ਜੂਗਾ। ਬਿਲਕੁਲ ਜੀ। ਇਹਦਾ ਮਤਲਬ ਕੀ ਆ ਵੀ ਅਸੀਂ ਪਹਿਲਾਂ ਮਰੀਜ਼ ਤਿਆਰ ਕਰ ਰਹੇ ਹਾਂ, ਪਹਿਲਾਂ ਉਹ ਚੀਜ਼ਾਂ ਵੀ ਵੇਚ ਰਹੇ ਆ, ਉਹ ਵੀ ਕੋਈ ਮੁਫਤ ਨਹੀਂ ਦਿੱਤੀਆਂ ਜਾ ਰਹੀਆਂ। ਪਹਿਲਾਂ ਸਾਨੂੰ ਉਹ ਚੀਜ਼ਾਂ ਖਿਲਾਈਆਂ ਜਾਂਦੀਆਂ ਨੇ ਜਿਹੜੀਆਂ ਸਾਨੂੰ ਬਿਮਾਰ ਕਰਦੀਆਂ ਨੇ, ਉੱਥੋਂ ਪੈਸਾ ਕਮਾਇਆ ਜਾਂਦਾ ਹੈ। ਫਿਰ ਸਾਨੂੰ ਇਲਾਜ ਦੇ ਨਾਮ ਤੇ ਦਵਾਈਆਂ ਖਿਲਾ ਕੇ ਉੱਥੋਂ ਪੈਸਾ ਕਮਾਇਆ ਜਾਂਦਾ। ਪਹਿਲਾਂ ਬਿਮਾਰ ਕੀਤਾ ਜਾਂਦਾ, ਫਿਰ ਠੀਕ ਕੀਤਾ ਜਾਂਦਾ ਤੇ ਫਿਰ ਦੁਬਾਰਾ ਹੀ ਉਸੇ ਹੀ ادارے ਵਿੱਚ ਆ ਕੇ ਫਿਰ ਅਸੀਂ ਸਰਕਲ ਚੱਲ ਜਾਂਦਾ ਇੱਕ ਤਰ੍ਹਾਂ ਦਾ, ਔਰ ਅਸੀਂ ਕੰਟੀਨਿਊ ਬਿਮਾਰੀ ਦੇ ਵਿੱਚ ਰਹਿੰਦੇ ਹਾਂ ਜੀ। ਤੇ ਅਸਲ ਚ ਗੱਲ ਜਿਹੜੀ ਹੈ ਬਹੁਤ ਉਹਦੀ ਸਮਝਣ ਵਾਲੀ ਹੈ। ਜਿਹੜਾ ਵਿਕਾਸ ਦਾ ਮਾਡਲ ਹੈ ਜਿਹਦੇ ਤਹਿਤ ਅਸੀਂ ਇਹ ਸੋਚ ਰਹੇ ਹਾਂ ਸਾਡਾ ਸਟੇਟਸ ਏਡਾ ਉੱਚਾ ਹੋ ਗਿਆ, ਵਿਕਾਸ ਦਾ ਮਾਡਲ ਜਿਹੜਾ ਇਹ ਗਲਤ ਹੈ ਜਿਹੜਾ ਅਸੀਂ ਅਪਣਾਇਆ। ਅਸੀਂ ਸਾਰਾ ਕੁਝ ਜਦੋਂ ਅੰਗਰੇਜ਼ ਆਏ ਨੇ ਇੱਥੇ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਉਹਨਾਂ ਵਰਗਾ ਅਪਣਾਉਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਦਵਾਈਆਂ ਵੀ ਉਹੀ ਲੈ ਕੇ ਆਏ ਨੇ। ਹੁਣ ਹਾਲਾਤ ਇਹ ਨੇ ਵੀ ਉਹ ਦਵਾਈਆਂ ਅਮਰੀਕਾ 'ਚ ਜਿਹੜੀਆਂ ਬੈਨ ਨੇ ਸਾਡੇ ਦੇਸ਼ 'ਚ ਵਿਕ ਰਹੀਆਂ ਨੇ, ਕਮਾਈ ਹੋ ਰਹੀ ਹੈ ਜੀ, ਹੈ ਨਾ? ਮਤਲਬ ਕੀ ਹੈ ਵੀ ਉਹਨਾਂ ਨੇ ਵਿਕਾਸ ਕੀਤਾ, ਦਵਾਈਆਂ ਲੈ ਕੇ ਆਂਦੀਆਂ, ਲੇਕਿਨ ਅੱਜ ਉਹਨਾਂ ਨੂੰ ਸਮਝ ਆ ਚੁੱਕੀ ਹੈ। ਤੁਸੀਂ ਆਮ ਗੱਲ ਕਰਕੇ ਦੇਖੋ ਅਮਰੀਕਾ 'ਚ ਕੈਨੇਡਾ 'ਚ ਰਹਿਣ ਵਾਲੇ ਲੋਕਾਂ ਨੂੰ ਕਹਿਣਗੇ ਵੀ ਯਾਰ ਡਾਕਟਰ ਗੇੜੇ ਮਰਵਾਈ ਜਾਂਦਾ, ਦਵਾਈ ਨਹੀਂ ਦਿੰਦਾ ਥੋੜੇ ਕੀਤੇ। ਅੱਛਾ। ਬਹੁਤ ਘੱਟ ਮਾਤਰਾ 'ਚ ਦਵਾਈਆਂ ਦਿੰਦੇ ਨੇ ਉਹ ਲੋਕ। ਬਲਕਿ ਕੁਝ ਦੇਸ਼ਾਂ ਦੇ ਵਿੱਚ ਤਾਂ ਹੁਣ ਇਸ ਤਰ੍ਹਾਂ ਹੋ ਗਿਆ ਹੋਇਆ ਬਈ ਡਾਕਟਰ ਜੇ ਨਾਲ ਇੱਕ ਦਵਾਈ ਲਿਖਦਾ ਤੇ ਨਾਲ ਉਹ ਉਹਨੂੰ ਫਰੂਟ ਤੇ ਸਲਾਦ ਦੀ ਕੁਆਂਟੀਟੀ ਵੀ ਲਿਖ ਕੇ ਦਿੰਦਾ ਵੀ ਆਹ ਖਾਣਾ ਹੈ। ਤਾਂ ਜੀ ਮੈਡੀਕਲ ਸਟੋਰਾਂ ਦੇ ਵਿੱਚ ਮਤਲਬ ਇੱਕ ਪਾਸੇ ਦਵਾਈਆਂ ਪਈਆਂ ਨੇ, ਦੂਜੇ ਪਾਸੇ ਫਰੂਟ ਸਲਾਦ ਪਿਆ ਜੀ। ਇਹ ਉਹਨਾਂ ਨੂੰ ਸਮਝ ਆ ਗਈ ਇਸ ਗੱਲ ਦੀ ਵੀ ਇਹ ਜਿਹੜਾ ਕੈਮੀਕਲ ਅਸੀਂ ਦਵਾਈਆਂ ਦੇ ਰੂਪ 'ਚ ਖਾ ਰਹੇ ਆ ਇਹ ਸਾਨੂੰ ਹੋਰ ਜ਼ਿਆਦਾ ਬਿਮਾਰ ਕਰਦਾ ਜੀ। ਤਾਂ ਹੁਣ ਆਪਾਂ ਪਿੱਛੇ ਵੀ ਇੱਕ ਸੈਗਮੈਂਟ 'ਚ ਗੱਲ ਕੀਤੀ ਸੀ, ਅਕਸ਼ੇ ਕੁਮਾਰ ਦੀ ਇੱਕ ਛੋਟੀ ਜਿਹੀ ਵੀਡੀਓ ਆਈ ਸੀ। ਉਹ ਕਹਿੰਦਾ ਮੈਂ 15 ਦਿਨ ਇੱਕ ਨੈਚੁਰੋਪੈਥੀ ਸੈਂਟਰ 'ਚ ਰਹਿ ਕੇ ਆਇਆ ਜੀ, ਆਪਣੀ ਬੋਡੀ ਦੀ ਸਰਵਿਸ ਕਰਵਾ ਕੇ ਆਇਆ, ਪਰ ਕਹਿੰਦਾ ਵੀ ਮੈਂ ਇਕੱਲਾ ਹੀ ਇੰਡੀਅਨ ਸੀਗਾ ਉੱਥੇ ਜੀ, ਬਾਕੀ ਸਾਰੇ ਅੰਗਰੇਜ਼ ਗੋਰੇ ਸੀ ਜੀ। ਮਤਲਬ ਅਸੀਂ ਉਹਨਾਂ ਦੀਆਂ ਬਣਾਈਆਂ ਦਵਾਈਆਂ ਖਾ ਰਹੇ ਹਾਂ ਤੇ ਉਹ ਦਵਾਈਆਂ ਨੂੰ ਛੱਡ ਕੇ ਹੁਣ ਇੱਥੇ ਸਾਡੇ ਦੇਸ਼ 'ਚ ਆ ਕੇ ਨੈਚੁਰੋਪੈਥੀ ਦਾ ਟ੍ਰੀਟਮੈਂਟ ਕਰਾ ਰਹੇ ਨੇ ਜੀ। ਮਤਲਬ ਜਿਵੇਂ ਆਪਾਂ ਪਹਿਲਾਂ ਹੀ ਕਹਿੰਦੇ ਆ ਵੀ ਅਸੀਂ ਉਹਨਾਂ ਨਾਲੋਂ 20-30 ਸਾਲ ਪਿੱਛੇ ਆ, ਤਾਂ ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਆ ਵੀ ਇਹ ਦਵਾਈਆਂ ਜਿਹੜੀਆਂ ਅਸੀਂ ਬਣਾਈਆਂ ਸੀਗੀਆਂ ਇਹ ਠੀਕ ਕਰਨ ਦੀ ਬਜਾਏ ਹੋਰ ਬਿਮਾਰ ਕਰਦੀਆਂ ਨੇ। ਉਹ ਗੱਲ ਇਹ ਸਮਝ ਗਏ ਆ। ਉਹ ਦਵਾਈਆਂ ਦੀ ਜਗ੍ਹਾ ਹੁਣ ਜੜੀਆਂ ਬੂਟੀਆਂ, ਤੁਸੀਂ ਆਪਾਂ ਗੱਲ ਕਰਕੇ ਦੇਖਦੇ ਆ ਤੇ ਸਾਡੀਆਂ ਨੈਚੁਰਲ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੇ ਪੇਟੈਂਟ ਕਰਾ ਲਿਆ। ਨਿੰਮ ਪੇਟੈਂਟ ਕਰਵਾ ਲਈ ਉਹਨਾਂ ਨੇ, ਹਲਦੀ ਪੇਟੈਂਟ ਕਰਵਾ ਲਈ, ਇਹੋ ਜਿਹੀਆਂ ਚੀਜ਼ਾਂ ਪੇਟੈਂਟ ਕਰਵਾ ਲਈਆਂ ਉਹਨਾਂ ਨੇ ਜੀ। ਅਸੀਂ ਜਿਹੜੇ ਸਾਡੇ ਘਰਾਂ 'ਚ ਮਸਾਲੇ ਨੇ ਚੀਜ਼ਾਂ ਨੇ ਉਹਨਾਂ ਨੂੰ ਮਤਲਬ ਭੁੱਲ ਕੇ ਅਸੀਂ ਦਵਾਈਆਂ ਵੱਲ ਨੂੰ ਭੱਜ ਪਏ। ਉਹ ਦਵਾਈਆਂ ਨੂੰ ਛੱਡ ਕੇ ਕੁਦਰਤੀ ਚੀਜ਼ਾਂ ਵੱਲ ਆ ਰਹੇ। ਸੋ ਉਲਟ ਹੋ ਗਿਆ। ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਉਹ ਹੁਣ ਸੁਧਾਰ ਵੱਲ ਹੈ ਤੇ ਜਿੱਥੇ ਸੁਧਾਰ ਆਲਰੇਡੀ ਸੀਗਾ ਉਹ ਹੁਣ ਵਿਗਾੜ ਵੱਲ ਹੈ। ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਟੋਟਲੀ ਵਿਗਾੜ ਲਿਆ ਜੀ। ਮਤਲਬ ਤੁਸੀਂ ਦੇਖੋ ਵੀ ਜਿਹੜਾ ਡਾਈਨਿੰਗ ਟੇਬਲ ਹੈ, ਡਾਈਨਿੰਗ ਟੇਬਲ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਹੈ ਜੀ।
ਸਾਡੀ ਸੱਭਿਅਤਾ ਇਹ ਕਹਿੰਦੀ ਹੈ, ਉਹਦੇ ਪਿੱਛੇ ਇੱਕ ਵਿਗਿਆਨ ਆ। ਸਾਡੀ ਸੱਭਿਅਤਾ ਕਹਿੰਦੀ ਹੈ ਵੀ ਚੌਕੜੀ ਮਾਰ ਕੇ ਜ਼ਮੀਨ ਤੇ ਬਹਿ ਕੇ ਰੋਟੀ ਖਾਣੀ ਚਾਹੀਦੀ ਆ ਜੀ। ਹੁਣ ਜੇ ਇਹ ਗੱਲ ਆਪਾਂ ਏਦਾਂ ਕਰੀਏ, ਲੈ ਲੋਕ ਤਾਂ ਕਹਿਣਗੇ ਤੁਸੀਂ ਤਾਂ ਯਾਰ ਪਿੱਛੇ ਨੂੰ ਤੁਰ ਪਏ, ਇਹ ਤਾਂ ਫਿਰ ਵਿਕਾਸ ਦਾ ਕੀ ਫਾਇਦਾ ਹੋਇਆ, ਤੁਸੀਂ ਤਾਂ ਬੈਕਵਰਡ ਲੋਕ ਹੋ। ਬਿਲਕੁਲ। ਹੁਣ ਚੌਕੜੀ ਉਹਨਾਂ ਦੀ ਤਾਂ ਸਮੱਸਿਆ ਹੈ ਜੀ, ਜਿਹੜੇ ਅਮਰੀਕਨ ਨੇ ਜਾਂ ਅੰਗਰੇਜ਼ ਨੇ, ਉਹਨਾਂ ਦੇ ਗੋਡੇ, ਜਿਹੜਾ ਉੱਥੋਂ ਦਾ ਮੌਸਮ ਹੈ, ਉੱਥੋਂ ਦਾ ਵਾਤਾਵਰਨ ਹੈ, ਉਹਦੇ ਮੁਤਾਬਕ ਉਹਨਾਂ ਦੇ ਗੋਡੇ ਜਿਹੜੇ ਆ ਦਰਦ ਕਰਦੇ ਰਹਿੰਦੇ ਨੇ ਜਾਂ ਜਲਦੀ ਖਰਾਬ ਹੋ ਜਾਂਦੇ ਨੇ ਜੀ, ਜਿਹਦੇ ਕਰਕੇ ਡਾਈਨਿੰਗ ਟੇਬਲ ਉਹਨਾਂ ਦੀ ਮਜਬੂਰੀ ਸੀ। ਜਾਂ ਜਿਹੜੀ ਵੈਸਟਰਨ ਸਟਾਈਲ ਟਾਇਲਟ ਹੈ, ਉਹ ਵੀ ਉਹਨਾਂ ਦੀ ਮਜਬੂਰੀ ਸੀ ਜੀ। ਬਿਲਕੁਲ ਹੈ ਨਾ। ਅਸੀਂ ਉਹਨੂੰ ਕਲਚਰ ਦੇ ਤੌਰ ਤੇ ਅਪਣਾ ਲਿਆ ਤੇ ਅਸੀਂ ਭਲੇ ਚੰਗੇ ਚੌਕੜੀ ਮਾਰ ਕੇ ਜ਼ਮੀਨ ਤੇ ਬਹਿ ਕੇ ਰੋਟੀ ਖਾ ਸਕਦੇ ਹਾਂ, ਫਿਰ ਵੀ ਅਸੀਂ ਡਾਈਨਿੰਗ ਟੇਬਲ ਤੇ ਖਾਂਦੇ ਹਾਂ। ਹੁਣ ਇਹਦੇ ਪਿੱਛੇ ਸਾਇੰਸ ਕੀ ਹੈ? ਸਾਇੰਸ ਇਹ ਹੈ ਕਿ ਜਦੋਂ ਮਤਲਬ ਗੁਰੂਤਵਾਕਰਸ਼ਣ ਦੀ ਵਜ੍ਹਾ ਨਾਲ ਸਾਡਾ ਬਲੱਡ ਜਿਹੜਾ ਉਹ ਸਾਡੀਆਂ ਲੱਤਾਂ 'ਚ ਪੈਰਾਂ 'ਚ ਜ਼ਿਆਦਾ ਰਹਿੰਦਾ ਜੀ। ਜਦੋਂ ਅਸੀਂ ਖਾਣਾ ਖਾਂਦੇ ਹਾਂ, ਖਾਣਾ ਜਦੋਂ ਸਾਡੇ ਸਟਮਕ ਜਾਂਦਾ, ਮਿਹਦੇ 'ਚ ਜਾਂਦਾ, ਤਾਂ ਉਦੋਂ ਉਹ ਆਰਗਨ ਜਿਨ੍ਹਾਂ ਨੇ ਖਾਣੇ ਨੂੰ ਪਚਾਣਾ, ਉਹਨਾਂ ਦੇ ਸੈੱਲਾਂ ਨੂੰ ਵੱਧ ਖੁਰਾਕ ਦੀ ਲੋੜ ਹੈ ਜੀ, ਤਾਂ ਹੀ ਉਹ ਕੰਮ ਕਰ ਪਾਉਣਗੇ। ਬਿਲਕੁਲ। ਤੇ ਖੂਨ ਸਾਡਾ ਤੁਰਿਆ ਫਿਰਦਾ ਲੱਤਾਂ 'ਚ ਤੇ ਪੈਰਾਂ 'ਚ ਜੀ। ਜੇ ਖੂਨ ਦਾ ਵਹਾਅ ਉਸ ਸਮੇਂ ਜਦੋਂ ਅਸੀਂ ਖਾਣਾ ਖਾਧਾ, ਜੇ ਖੂਨ ਦਾ ਵਹਾਅ ਸਾਡੇ ਪੇਟ 'ਚ ਨਹੀਂ ਰਹਿੰਦਾ ਜ਼ਿਆਦਾ, ਉਹਨਾਂ ਆਰਗਨਸ ਨੂੰ ਖੁਰਾਕ ਪੂਰੀ ਨਹੀਂ ਮਿਲਦੀ ਜਿਹਨਾਂ ਨੇ ਡਾਈਜੈਸਟ ਕਰਨਾ ਖਾਣੇ ਨੂੰ, ਤਾਂ ਸਾਡਾ ਡਾਈਜੈਸ਼ਨ ਖਰਾਬ ਹੋਏਗਾ ਜੀ। ਤੁਸੀਂ ਇਹ ਗੱਲ ਮਤਲਬ ਪ੍ਰੈਕਟੀਕਲੀ ਕਰਕੇ ਦੇਖ ਲਓ ਵੀ ਜਿਹੜੇ ਲੋਕ ਖੜ ਕੇ ਖਾਣਾ ਖਾਂਦੇ ਨੇ, ਡਾਈਨਿੰਗ ਟੇਬਲ ਤੇ ਖਾਂਦੇ ਨੇ, ਉਹਨਾਂ ਦੇ ਮੁਕਾਬਲੇ ਜਿਹੜੇ ਬੰਦੇ ਥੱਲੇ ਬਹਿ ਕੇ ਚੌਕੜੀ ਮਾਰ ਕੇ ਖਾਣਾ ਖਾਂਦੇ ਨੇ, ਉਹ ਜ਼ਿਆਦਾ ਤੰਦਰੁਸਤ ਹੋਣਗੇ ਜੀ। ਉਹਨਾਂ ਨੂੰ ਪੇਟ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ, ਡਾਈਜੈਸ਼ਨ ਨਾਲ ਰਿਲੇਟਡ ਸਮੱਸਿਆਵਾਂ ਘੱਟ ਹੋਣਗੀਆਂ ਜੀ। ਅਸਲ 'ਚ ਕੀ ਆ ਕਿ ਸਾਨੂੰ ਮਤਲਬ ਜਿਹੜਾ ਵਿਕਾਸ ਹੈ ਉਹ ਇਹ ਸੋਚ ਕੇ ਹੀ ਕਰਨਾ ਚਾਹੀਦਾ, ਸਾਨੂੰ ਸੁਵਿਧਾਵਾਂ ਲੈਣੀਆਂ ਚਾਹੀਦੀਆਂ ਨੇ। ਮੈਂ ਨਹੀਂ ਕਹਿੰਦਾ ਨਹੀਂ ਲੈਣੀਆਂ ਚਾਹੀਦੀਆਂ, ਜਿਹੜੀਆਂ ਮਨੁੱਖ ਦੇ ਭਲੇ ਲਈ ਕੁਛ ਚੀਜ਼ਾਂ ਨੇ, ਕੁਛ ਖੋਜਾਂ ਨੇ, ਮਨੁੱਖ ਨੂੰ ਵਿਕਾਸ ਤਾਂ ਹੀ ਇੱਥੇ ਤੱਕ ਪਹੁੰਚੇ ਆਪਾਂ। ਲੇਕਿਨ ਜਿਹੜਾ ਵਿਕਾਸ ਤੁਹਾਡੀ ਸਿਹਤ ਖਰਾਬ ਕਰ ਰਿਹਾ ਜੀ, ਘੱਟੋ ਘੱਟ ਉਹਦੇ ਤੋਂ ਤਾਂ ਬਚਣਾ ਚਾਹੀਦਾ ਸਾਨੂੰ। ਉਹਦੇ ਤੋਂ ਬਚਣਾ। ਇੱਕ ਤੁਹਾਡੇ ਲਈ ਜਾਣਕਾਰੀ ਹੈ ਜੀ, ਵੈਸੇ ਆਪਣੇ ਸਾਰਿਆਂ ਲਈ ਇਹ ਜਾਣਕਾਰੀ ਹੈ। ਸੋ ਸਰਬਜੀਤ ਲਿਖ ਰਹੇ ਹੈ, ਜੋ ਅਸੀਂ ਵਿਕਸ ਯੂਜ਼ ਕਰਦੇ ਹਾਂ, ਜਿਹਨੂੰ ਵਿਕਸ ਵੀ ਕਹਿ ਦਿੰਦੇ ਆ, ਯੂਕੇ ਦੇ ਵਿੱਚ ਕਹਿੰਦੇ ਪਾਬੰਦੀ ਸ਼ੁਦਾ ਹੈ ਜੀ ਇਹ, ਪਰ ਸਾਡੇ ਹਰ ਘਰ ਦੇ ਵਿੱਚ ਇਹ ਮਿਲਦੀ ਹੈ। ਆ ਹੁਣ ਸਰਦੀਆਂ ਦੇ ਦਿਨ ਸ਼ੁਰੂ ਹੋ ਗਏ, ਹਰੇਕ ਦੇ ਪਾਸਾਂ ਦੇ ਵਿੱਚ ਹੋਏਗੀ, ਹਰੇਕ ਦੀਆਂ ਜੇਬਾਂ ਦੇ ਵਿੱਚ ਹੋਏਗੀ। ਸੋ ਵਿਕਸ ਆਮ ਹੀ ਸਾਡੇ ਘਰਾਂ ਦੇ ਵਿੱਚ ਮਿਲ ਜਾਂਦੀ ਹੈ ਜੀ। ਮੇਰੇ ਖੁਦ ਘਰ ਦੇ ਵਿੱਚ ਪਈ ਆ, ਮੈਂ ਦੂਰ ਨਹੀਂ ਜਾਂਦੀ, ਮੈਂ ਕਿਸੇ ਹੋਰ ਦੂਰ ਜਾਂਦੀ, ਪਰ ਇਹਦੀ ਜਿਹੜੀ ਇੱਕ ਗੋਲੀ ਹੈ ਨਾ, ਟੈਬਲੇਟ ਹੈ, ਜਿਹਨੂੰ ਅਸੀਂ ਕੈਂਡੀ ਵੀ ਕਹਿ ਲਈਏ, ਹਨਾ, ਟੌਫੀ ਦੇ ਰੂਪ ਦੇ ਵਿੱਚ ਆਉਂਦੀ ਹੈ, ਉਹ ਚੀਜ਼ ਮੈਂ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਆਈ ਸੀ। ਤੇ ਉਸ ਦਿਨ ਤੋਂ ਵਿਕਸ ਦੀ ਆਪਾਂ ਗੋਲੀ ਲੈਣੀ ਤਾਂ ਬਿਲਕੁਲ ਬੰਦ ਕਰਤੀ। ਇੱਕ ਵਿਕਸ ਦੀ ਬਾਮ ਜ਼ਰੂਰ ਰਹਿੰਦੀ ਹੈ, ਉਹ ਵੀ ਘਰਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਆ ਉਹਨਾਂ ਲਈ। ਸੋ ਇਹਨੇ ਇੱਕ ਚੀਜ਼ ਕੀਤੀ ਸੀ ਜੀ, ਸਾਡਾ, ਮੈਂ ਆਕਾਸ਼ਵਾਣੀ ਉਦੋਂ ਮਤਲਬ ਪ੍ਰੋਗਰਾਮ ਪੇਸ਼ ਕਰਦੀ ਹੁੰਦੀ ਸੀ, ਔਰ ਮੇਰੇ ਕੋਲੇ ਜਿਵੇਂ ਹੁਣ ਇੱਕ ਜ਼ਿੰਮੇਵਾਰੀ, ਉਦੋਂ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਸੀ, ਉਹ ਪ੍ਰੋਗਰਾਮ ਨੂੰ ਮੈਂ ਹੀ ਪੇਸ਼ ਕਰਨਾ ਹੁੰਦਾ ਸੀ। ਤਾਂ ਮੇਰੀ ਇੱਕ ਇੰਟਰਵਿਊ ਹੋ ਰਹੀ ਸੀ ਬੜੇ ਹਨਾ ਪਰਸਨ ਨਾਲ, ਤਾਂ ਮੈਨੂੰ ਖਾਂਸੀ ਸੀ ਉਸ ਦਿਨ, ਹਲਕੀ ਹਲਕੀ, ਤੇ ਉਹ ਮਾਈਕ ਦੇ ਵਿੱਚ ਮਤਲਬ ਖੜਾਕ ਹੁੰਦਾ ਸੀ, ਤਾਂ ਮੈਨੂੰ ਵਿਕਸ ਜਿਹੜੀ ਉੱਥੇ ਦਿੱਤੀ ਗਈ ਕਿ ਤੁਸੀਂ ਇਹਨੂੰ ਮੂੰਹ 'ਚ ਰੱਖੋ। ਤਾਂ ਉਹ ਵਾਰਤਾਲਾਪ ਲੰਬੀ ਸੀ, ਤਾਂ ਉਹ ਮੇਰੀ ਟੈਬਲੇਟ ਸਾਈਡ ਤੇ ਸੀ, ਤੇ ਮੈਂ ਇੱਕ ਸਿਪ ਪਾਣੀ ਦੀ ਵੀ ਨਾਲ ਲੈ ਲਈ, ਤਾਂ ਮੇਰਾ ਮੂੰਹ ਸੁੱਕ ਰਿਹਾ ਸੀਗਾ, ਤੇ ਮੈਂ ਉਹ ਪਾਣੀ ਦੀ ਘੁੱਟ ਨਾਲ ਲੈ ਲਈ। ਹੁਣ ਉਹ ਪਾਣੀ ਨਾਰਮਲ ਤੋਂ ਥੋੜਾ ਜਿਹਾ ਠੰਡਾ ਸੀ, ਕਿਉਂਕਿ ਗਰਮੀਆਂ ਦੇ ਦਿਨ ਸੀਗੇ। ਜਦੋਂ ਮੈਂ ਉਹ ਘੁੱਟ ਪਾਣੀ ਦੀ ਲਈ ਤੇ ਉਧਰੋਂ ਵਿਕਸ ਮੇਰੇ ਮੂੰਹ ਦੇ ਵਿੱਚ ਸੀ, ਉਹਨਾਂ ਦੋਨਾਂ ਨੇ ਆਪਸੀ ਪਤਾ ਨਹੀਂ ਕੀ ਉੱਥੇ ਕਹਿੰਦੇ ਲੜਾਈ ਝਗੜਾ ਕੀਤਾ, ਤੇ ਮੇਰਾ ਗਲਾ ਹੈ ਜਿਹੜਾ ਪੂਰਾ ਜਕੜਿਆ ਗਿਆ। ਤੇ ਮੈਨੂੰ ਤੁਸੀਂ ਮੰਨ ਕੇ ਚੱਲੋ ਵੀ ਉਸੇ ਹੀ ਇੰਟਰਵਿਊ 'ਚ ਬੈਠੀ ਬੈਠੀ ਨੂੰ ਕਨਫਰਮ ਹੋਣਾ ਸ਼ੁਰੂ ਹੋ ਗਿਆ ਕਿ ਪ੍ਰੋਬਲਮ ਆਊਗੀ। ਉਸ ਤੋਂ ਬਾਅਦ ਮੈਂ ਪਿਛਲੇ 3 ਮਹੀਨੇ ਬੋਲ ਨਹੀਂ ਸਕੀ ਸੀ, ਮੇਰੀ ਆਵਾਜ਼ ਚਲੀ ਗਈ ਸੀ ਟੋਟਲੀ, ਮਤਲਬ ਹਲਕੀ ਆਵਾਜ਼ ਆਉਂਦੀ ਸੀ, ਜਸਟ ਜਿਵੇਂ ਆਪਾਂ ਕਹਿੰਦੇ ਕਿ ਯੈਸ ਨੋ, ਇੰਨਾ ਕੁ ਮਤਲਬ ਸਮਝ ਆਉਂਦਾ ਸੀ। ਗੱਲ ਮੈਂ ਬਹੁਤ ਕਰ ਜਾਂਦੀ ਸੀ, ਕਿਸੇ ਦੇ ਪੱਲੇ ਨਹੀਂ ਪੈਂਦੀ ਸੀ। ਫਿਰ ਹੋਮੋਪੈਥੀ ਦੇ ਇਲਾਜ ਦੇ ਵਿੱਚ ਆਈ ਮੈਂ, ਔਰ ਮੈਂ 3 ਮਹੀਨੇ ਬਾਅਦ ਮੇਰਾ ਇੱਕ ਆਡੀਸ਼ਨ ਆਉਣਾ ਹੁੰਦਾ ਸੀ ਜੀ। ਸਾਡਾ ਨਾ ਕਈ ਟਾਈਮ ਤੋਂ ਬਾਅਦ ਇੱਕ ਆਡੀਸ਼ਨ ਆਉਂਦਾ ਸੀਗਾ, ਜਿਵੇਂ ਕਹਿੰਦੇ ਨਾ ਸਫਾਈ ਹੁੰਦੀ ਸੀਗੀ ਕਿ ਇਹ ਜਿਹੜੇ ਕੰਮ ਕਰ ਰਹੇ EMPLOYEES, ਅੱਜ ਵੀ ਇਹਨਾਂ ਦੀਆਂ ਆਵਾਜ਼ਾਂ ਮਾਈਕ ਜੋਗੀਆਂ ਹੈਗੀਆਂ ਨੇ ਕਿ ਇਹ ਕੱਢਣ ਵਾਲੇ ਨੇ। ਆਡੀਸ਼ਨ ਆਉਣਾ ਸੀ ਔਰ ਮੇਰੇ ਸਾਰੇ ਪ੍ਰੋਗਰਾਮ ਬੈਸਟ ਜਾਂਦੇ ਹੁੰਦੇ ਸੀ, ਤੇ ਮੈਂ ਬਹੁਤ ਪਰੇਸ਼ਾਨ, ਇੱਕ ਤਰ੍ਹਾਂ ਦੀ ਮੈਨੂੰ ਪ੍ਰੋਬਲਮ ਹੋਈ ਕਿ ਮੈਨੂੰ ਹੁਣ ਇੱਥੋਂ ਜਾਣਾ ਪਏਗਾ ਕਿਉਂਕਿ ਮੇਰੀ ਆਵਾਜ਼ ਹੀ ਨਹੀਂ ਆ ਰਹੀ।
ਤੋ ਹੋਮੋਪੈਥੀ ਦਾ ਮੈਂ ਜਿਹੜਾ ਟ੍ਰੀਟਮੈਂਟ ਲਿਆ ਸੀ ਉਹ ਸਿਰਫ 15 ਦਿਨ ਦਾ ਸੀਗਾ ਔਰ ਮੇਰੇ ਆਡੀਸ਼ਨ ਦੇ ਵਿੱਚ 1 ਮੰਥ ਸੀਗਾ। ਤਾਂ ਮੈਂ 15 ਦਿਨ ਦਾ ਟ੍ਰੀਟਮੈਂਟ ਲਿਆ। ਮੇਰੇ ਇੱਕ ਕੁਲੀਗ ਸੀਗੇ ਨਾਲ, ਉਹ ਹੋਮੋਪੈਥੀ ਦਾ ਕੰਮ ਕਰਦੇ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੱਕ ਵਾਰੀ ਆ ਕੇ ਨਾ ਤੂੰ ਜ਼ਰੂਰ ਡ੍ਰੌਪ ਲੈ ਕੇ ਜਾ ਤੇ ਫਿਰ ਮੈਡੀਸਨ ਕੰਟੀਨਿਊ ਕਰ। 15 ਦਿਨ ਦੇ ਵਿੱਚ ਮੈਂ ਆਪਣੀ ਆਵਾਜ਼ ਨੂੰ ਵਾਪਸ ਲਿਆ ਔਰ ਉਸ ਆਡੀਸ਼ਨ ਨੂੰ ਕਲੀਅਰ ਕੀਤਾ ਔਰ ਪਾਸ ਹੋ ਕੇ ਮੈਂ ਦੁਬਾਰਾ ਫਿਰ ਮਾਈਕ ਤੇ ਆਈ। ਸੋ ਅਸੀਂ ਉਹੀ ਚੀਜ਼ਾਂ ਆ ਜਾਂਦੀਆਂ ਨੇ ਕਿ ਪਾਬੰਦੀ ਹੈ ਕਿਸੇ ਥਾਂ ਤੇ, ਪਰ ਅਸੀਂ ਜਦੋਂ ਯੂਜ਼ ਕਰਦੇ ਹਾਂ, ਠੀਕ ਹੈ, ਹਰ ਕਿਸੇ ਦਾ ਗਲਾ ਇੱਕੋ ਜਿਹਾ ਨਹੀਂ, ਹਰ ਕਿਸੇ ਦੀ ਬੋਡੀ ਇੱਕੋ ਜਿਹੀ ਨਹੀਂ। ਕਿਸੇ ਥਾਂ ਤੇ ਉਹ ਚੀਜ਼ ਲੇਟ ਅਸਰ ਕਰਦੀ ਹੈ, ਕਿਸੇ ਥਾਂ ਤੇ ਉਹ ਚੀਜ਼ ਜਲਦੀ ਅਸਰ ਕਰਦੀ ਹੈ। ਇਹ ਚੀਜ਼ ਮੇਰੇ ਨਾਲ ਹੋ ਚੁੱਕੀ ਹੈ ਸਰਬਜੀਤ, ਇਸ ਕਰਕੇ ਵਿਕਸ ਅੱਜ ਤੱਕ ਮੈਂ ਆਪਣੇ ਘਰੇ ਨਹੀਂ ਵਾੜੀ ਹੈਗੀ। ਬਿਲਕੁਲ ਇੱਕ ਬਾਮ ਜ਼ਰੂਰ ਉਹਦੀ ਰਹਿੰਦੀ, ਉਹ ਵੀ ਬੱਚੇ ਨੂੰ ਜੇਕਰ ਕਫ ਹੋ ਜੇ, ਸਰਦੀ ਹੋ ਜੇ ਤਾਂ ਹਲਕਾ ਉਹਦੇ ਛਾਤੀ ਤੇ ਲਾਉਣ ਨੂੰ, ਅਦਰਵਾਈਜ਼ ਉਹ ਵੀ ਮੈਂ ਬਹੁਤਾ ਯੂਜ਼ ਨਹੀਂ ਕਰਦੀ। ਸੋ ਡਾਕਟਰ ਸਾਹਿਬ ਵਧੀਆ ਸਾਡੇ ਸਰੋਤੇ ਨਾਲ ਆਪਣੀ ਜਾਣਕਾਰੀ ਜਿਹੜੀ ਉਹ ਸ਼ੇਅਰ ਕਰੀ ਜਾਂਦੇ। ਹਾਂਜੀ, ਤੇ ਇਹਦੇ ਲਈ ਆਪਾਂ ਨਾਲ ਦੀ ਨਾਲ ਜੇ ਇਲਾਜ ਦੀ ਗੱਲ ਕਰਦੇ ਆ ਨਾ, ਨਾਲ ਦੀ ਨਾਲ ਦੇਖੋ, ਅਗਰ ਤੁਹਾਨੂੰ ਲਗਾਤਾਰ ਛਿੱਕਾਂ ਆ ਰਹੀਆਂ ਨੇ ਨਾ, ਤਾਂ ਉਹਦਾ ਇੱਕੋ ਹੀ ਇਲਾਜ ਹੈ ਵੀ ਤੁਸੀਂ ਲੋਕਾਂ ਚੋਂ ਥੋੜਾ ਵੱਖ ਹੋ ਜਾਓ, ਆਪਣੇ ਕਮਰੇ 'ਚ ਬਹਿ ਜਾਓ ਆਰਾਮ ਨਾਲ, ਤੇ ਜਿੰਨੀ ਵਾਰ ਆਉਣੀਆਂ ਨੇ ਆਉਣ ਦਿਓ। ਛਿੱਕਾਂ ਦਾ ਇਲਾਜ ਹੈ ਖੁੱਲ ਕੇ ਛਿੱਕੋ ਜੀ। ਨੱਕ ਵਗਦਾ ਜਿਹੜਾ ਜ਼ੁਕਾਮ ਹੈ ਉਹਦਾ ਇਲਾਜ ਹੈ ਵੀ ਜਿੰਨਾ ਮਟੀਰੀਅਲ ਬਾਹਰ ਕੱਢ ਸਕਦੇ ਉਹਨੂੰ ਕੱਢੋ ਜੀ ਜੀ, ਹੈ ਨਾ। ਬਲਗਮ ਹੈ, ਰੇਸ਼ਾ ਹੈ, ਉਹਨੂੰ ਜਿੰਨਾ ਬਾਹਰ ਕੱਢ ਸਕਦੇ ਹੋ। ਮਤਲਬ ਅਸਲ 'ਚ ਕੀ ਹੈ, ਸਾਡੀ ਇਮਿਊਨਿਟੀ ਜਿਹੜੀ ਹੈ ਉਹ ਬਲਗਮ ਕ੍ਰੀਏਟ ਕਰਦੀ ਹੈ, ਉਹਦੇ ਨਾਲ ਬਹੁਤ ਸਾਰੇ ਬੈਕਟੀਰੀਆ ਬਾਹਰ ਕੱਢਦੀ ਹੈ ਬਾਡੀ ਜੀ। ਤੁਸੀਂ ਇਹ ਕਲਪਨਾ ਕਰਕੇ ਸੋਚ ਸਕਦੇ ਹੋ, ਕਈ ਵਾਰ ਬੰਦਾ ਕੀ ਕਰਦਾ, ਖੰਘ ਆਉਂਦੀ ਹੈ, ਮੂੰਹ 'ਚ ਥੋੜਾ ਜਿਹਾ ਆਉਂਦਾ, ਉਹ ਫਿਰ ਅੰਦਰ ਲਗਾ ਲੈਂਦਾ। ਹਾਂਜੀ, ਕਈ ਵਾਰ ਇਹੋ ਜਿਹੀ ਸਥਿਤੀ ਨਹੀਂ ਹੁੰਦੀ ਵੀ ਥੁੱਕ ਸਕੇ ਬੰਦਾ, ਤਾਂ ਆਪਾਂ ਉਹ ਬਹੁਤ ਸਾਰੇ ਬੈਕਟੀਰੀਆ ਜਿਹੜੇ ਬਾਡੀ ਨੇ ਬਾਹਰ ਕੱਢਣੇ ਸੀ ਉਹ ਫਿਰ ਅੰਦਰ ਲੈ ਲਏ। ਮਤਲਬ ਇਹਦਾ ਇੱਕੋ ਹੀ ਇਲਾਜ ਹੈ। ਲੂਜ਼ ਮੋਸ਼ਨ ਹੈ ਤਾਂ ਉਹਦਾ ਇਲਾਜ ਇਹੀ ਹੈ ਵੀ ਜਿੰਨੀ ਵਾਰ ਆਉਂਦਾ ਉਨੀ ਵਾਰ ਹੋਣ ਦਿੱਤਾ ਜਾਵੇ। ਇਸ ਮੌਕੇ ਸਿਰਫ ਤੇ ਸਿਰਫ ਇਹ ਕਰਨਾ ਹੈ ਵੀ ਜੇ ਬੰਦਾ ਸਾਡੀ ਗਲੀ 'ਚ ਸਫਾਈ ਕਰ ਰਿਹਾ ਨਾ, ਝਾੜੂ ਦੇ ਰਿਹਾ, ਉਹਨੂੰ ਚਾਹ ਦਾ ਕੱਪ ਲਾਤਾ, ਉਹਨੂੰ ਪਾਣੀ ਦਾ ਗਲਾਸ ਦੇ ਦਈਏ ਤਾਂ ਵਧੀਆ ਸਫਾਈ ਕਰਕੇ ਜਾਊਗਾ। ਹਾਂਜੀ ਜੀ ਜੀ ਜੀ, ਹੈ ਨਾ। ਪਰ ਜਦੋਂ ਬੋਡੀ ਆਪਣੀ ਸਫਾਈ ਕਰ ਰਹੀ ਹੈ ਉਦੋਂ ਅਸੀਂ ਉਹਨੂੰ ਨਿਊਟ੍ਰੀਸ਼ਨ ਦੇਣਾ ਹੈ। ਅਸੀਂ ਉਹਨੂੰ ਉਸ ਸਮੇਂ ਤੁਸੀਂ ਜਿੰਨਾ ਵੱਧ ਤੋਂ ਵੱਧ ਨਾਰੀਅਲ ਪਾਣੀ ਪੀ ਸਕਦੇ ਹੋ, ਜਿੰਨਾ ਸੰਤਰੇ ਮੌਸਮੀ ਦਾ ਜੂਸ ਪੀ ਸਕਦੇ ਹੋ ਪੀ ਲਓ, ਤਾਂ ਤੁਹਾਡੀ ਬੋਡੀ ਜਲਦੀ ਉਸ ਸਥਿਤੀ ਤੋਂ ਬਾਹਰ ਆ ਜਾਏਗੀ। ਜੀ ਜੀ ਜੀ। ਤਾਂ ਆਪਣਾ ਇਸ ਲਈ ਜੀ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ। 53 ਨਹੀਂ, ਸਮਾਂ ਨੇੜੇ ਨਹੀਂ ਆਇਆ ਜੀ ਹਲੇ। ਜੇ ਅਸੀਂ ਸਾਰਾ ਕੁਝ ਚੰਗੀ ਤਰ੍ਹਾਂ ਖਾਈ ਪੀ ਗਏ ਤੇ ਸਮਾਂ ਤਾਂ ਅਸੀਂ ਦੂਰ ਲੈ ਜਾਾਂਗੇ, ਪਰ ਜਿਹੜਾ ਆਪਣੀ ਕਾਲਿੰਗ ਦਾ ਸਮਾਂ ਹੈ ਨਾ, ਇਹ 53 ਮਿੰਟ ਦੇ ਵਿੱਚ ਹੈ ਜੀ। ਠੀਕ ਹੈ ਜੀ। ਤੇ ਮੈਂ ਫਿਰ ਇਹ ਗੱਲ ਕਹਿਣੀ ਚਾਹੁੰਦਾ, ਕਿਉਂਕਿ ਮੇਰੇ ਕੋਲ ਨਾ ਬਹੁਤ ਸਾਰੇ ਐਸੇ ਫੋਨ ਕਾਲਸ ਆਉਂਦੇ ਨੇ ਜਿਹੜੇ ਲੋਕ ਕਹਿੰਦੇ, ਸਰ ਤੁਹਾਡੇ ਵੀਡੀਓ ਅਸੀਂ ਸਾਰੇ ਦੇਖੀਦੇ ਆ ਜੀ, ਅਸੀਂ ਬੜਾ ਤੁਹਾਨੂੰ ਫੋਲੋ ਕਰਦੇ ਆ, ਬੜਾ ਕੁਛ ਕਰਦੇ ਆ, ਪਰ ਹੁਣ ਮੇਰੇ ਬੱਚੇ ਨੂੰ ਬੁਖਾਰ ਚੜਿਆ, ਕੀ ਕਰੀਏ? ਮੈਂ ਵੀ ਸਵਾਲ ਕੀਤਾ ਸੀ। ਤੁਸੀਂ ਸਿੱਧੇ ਮੇਰੀਆਂ ਗੱਲਾਂ ਨਾ ਸਿੱਧੇ ਮੱਥੇ ਰੱਖ ਦਿਆ ਕਰੋ, ਤਾਂ ਮੈਂ ਵੀ ਡਾਕਟਰ ਸਾਹਿਬ ਨਾਲ ਸਵਾਲ। ਇਹ ਗੱਲ ਜਿਹੜੀ ਹੈ ਜਦੋਂ ਮੈਂ ਕੀਤੀ ਹੈ, ਮੈਨੂੰ ਤੁਹਾਡੇ ਵਾਲੀ ਗੱਲ ਯਾਦ ਨਹੀਂ ਸੀ। ਅੱਛਾ, ਪਤਾ ਉੱਥੇ ਕਿਉਂ ਮੈਂ ਪੁੱਛੀ ਸੀ? ਕਿਉਂਕਿ ਮੈਂ ਸਪੀਕਰ ਆਨ ਰੱਖਿਆ ਸੀ ਤੇ ਮੇਰੇ ਵਾਲਾ ਜਵਾਕ ਜਾਂ ਮੇਰੇ ਸਾਹਮਣੇ ਬੈਠਾ ਸੀ। ਮੈਂ ਉਹਨੂੰ ਨਾਰੀਅਲ ਲਿਆ ਕੇ ਦਿੱਤੇ, ਉਹਨੇ ਉਲਟਾ ਮੈਨੂੰ ਪਿਆ ਤੇ ਮੈਂ ਉਹਨੂੰ ਜੂਸ ਬਣਾ ਕੇ ਦੇਵਾਂ, ਉਹ ਉਲਟਾ ਮੈਨੂੰ ਪਿਆ ਦੇ। ਮੈਂ ਤਾਂ ਪੀਣਾ ਨਹੀਂ। ਮੈਂ ਕਿਹਾ ਡਾਕਟਰ ਸਾਹਿਬ ਕਹਿੰਦੇ ਆ। ਕਹਿੰਦੇ ਨਹੀਂ ਕਹਿੰਦੇ, ਤੁਸੀਂ ਝੂਠ ਬੋਲਦੇ ਹੋ, ਤੁਸੀਂ ਆਪਣਾ ਪ੍ਰੋਗਰਾਮ ਕਰਨ ਦੇ ਮਾਰੇ ਮੈਨੂੰ ਝੂਠ ਕਹਿੰਦੇ ਹੋ। ਡਾਕਟਰ ਸਾਹਿਬ ਇਹ ਨਹੀਂ ਕਹਿੰਦੇ। ਮੈਂ ਕਿਹਾ ਖੜ ਜਾ, ਫਿਰ ਤੈਨੂੰ ਪ੍ਰੂਫ ਦਿੰਦੀ ਆ। ਮੈਂ ਸਪੀਕਰ ਲਾਇਆ ਸੀ ਫੋਨ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਇਹ ਕੁਛ ਨਹੀਂ ਖਾਂਦਾ ਜੀ, ਇਹ ਕੁਛ ਨਹੀਂ ਪੀਂਦਾ ਜੀ, ਹੁਣ ਦੱਸੋ ਇਹਦਾ ਕੀ ਕਰਾਂ? ਤੇ ਤੁਸੀਂ ਸੀਰੀਅਸ ਹੋ ਕੇ ਜਦੋਂ ਦੱਸਿਆ, ਫਿਰ ਉਹਨੇ 2-2 ਘੁੱਟਾਂ ਲੈਣੀਆਂ ਸ਼ੁਰੂ ਕੀਤੀਆਂ। ਅੱਜ ਵੀ ਮੇਰੇ ਨਾਲ ਹੀ ਆਇਆ ਹੋਇਆ, ਹੁਣ ਸਹੀ ਹੈ। ਉਧਰੋਂ ਛਾਪਾ ਪੈ ਗਿਆ ਜੀ ਸਾਡੇ ਦੂਜੇ ਡਾਕਟਰ ਸਾਹਿਬ ਦਾ, ਹੋਮੋਪੈਥੀ ਵਾਲਿਆਂ ਦੇ। ਉਦੋਂ ਵੀ ਇਹ ਮੇਰੇ ਨਾਲ ਸੀ ਤੇ ਉਹਨਾਂ ਨੇ ਇਹਦੇ ਸਿੰਪਟਮ ਚੈੱਕ ਕਰਕੇ ਉਹ ਮੈਡੀਕਲ ਉੱਥੇ ਗਏ, ਉਹਨਾਂ ਨੇ ਇਹਦੇ ਵਾਸਤੇ ਕੁਝ ਡ੍ਰੌਪ ਭੇਜੀਆਂ। ਮੈਨੂੰ ਕਿਹਾ ਬੇਟਾ ਇਹਦੀਆਂ ਕੁਝ ਵੀ ਮੈਡੀਸਨ ਚੱਲਦੀਆਂ ਨੇ, ਅੱਜ ਤੋਂ ਬਾਅਦ ਕਾਟਾ ਮਾਰਨਾ, ਇਹਨੂੰ ਕੋਈ ਦਵਾਈ ਨਹੀਂ ਦੇਣੀ, ਤੇ ਜਿੱਦਣ ਇਹ ਬਿਮਾਰ ਹੈ ਬਸ ਮੈਨੂੰ ਫੋਨ ਕਰਨਾ, ਇਹਦੀਆਂ ਡ੍ਰੌਪਸ ਇਹਦੇ ਕੋਲ ਆ ਜਾ ਕਰਨਗੇ। ਉਹਨਾਂ ਨੇ ਇਹਨੂੰ 3-4 ਜਿਹੜੀਆਂ ਮੈਡੀਸਨ ਉਹ ਬਣਾ ਕੇ ਭੇਜੀਆਂ। ਸੋ ਸੱਚੀ ਮੇਰੇ ਲਈ ਤਾਂ ਤੁਸੀਂ ਦੋਨੋਂ ਜਣੇ, ਇਹਦੀ ਖੰਘ, ਇਹਦੀ ਜ਼ੁਕਾਮ ਨਾਰਮਲ, ਜਿਹੜਾ ਫੀਵਰ ਇਹਨੂੰ ਨਹੀਂ ਉਤਰ ਰਿਹਾ ਸੀ ਉਹ ਵੀ ਨਾਰਮਲ ਹੈ, ਹੁਣ ਠੀਕ ਹੈ। ਇਹ 1 ਹਫ਼ਤੇ ਤੋਂ ਬਾਅਦ ਇਹ ਕੰਟਰੋਲ ਦੇ ਵਿੱਚ ਆ ਗਿਆ। ਹਾਂਜੀ, ਮੈਂ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਸਾਡੇ ਘਰ 'ਚ ਇਦਾਂ ਦੀ ਐਮਰਜੈਂਸੀ ਆਉਂਦੀ ਹੈ ਤਾਂ ਸਾਨੂੰ ਮਤਲਬ ਜਿਹੜਾ ਅਸੀਂ ਉਹ ਪ੍ਰੋਗਰਾਮ ਹੈ ਨਾ, ਜਿਹੜਾ ਮਤਲਬ ਵੀ ਆਪਣੇ ਡਾਕਟਰ ਆਪ ਬਣ ਜਾਓ ਜੀ। ਬਿਲਕੁਲ ਜੀ।
ਉਹਦੇ ਲਈ ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਆਪਾਂ ਨਾ ਐਵੇਂ ਕੰਜੂਸੀ ਜੀ ਨਾ ਕਰੀਏ ਵੀ ਇੰਨੀ ਕੁ ਫੀਸ ਦੇਣੀ ਪੈਂਦੀ ਹੈ ਜਾਂ ਹੋਰ। ਇਹ ਗੱਲ ਤੁਹਾਡੇ ਜ਼ਿੰਦਗੀ ਭਰ ਕੰਮ ਆਉਣੀ ਹੈ। ਜਦੋਂ ਤੁਹਾਡੇ ਘਰ 'ਚ ਕਿਸੇ ਨੂੰ ਬੁਖਾਰ ਹੋ ਗਿਆ ਤਾਂ ਜ਼ਰੂਰੀ ਨਹੀਂ ਹੈ ਕਿ ਮੈਂ ਅਵੇਲੇਬਲ ਹੋਵਾਂ, ਤੁਸੀਂ ਮੈਨੂੰ ਫੋਨ ਕਰਕੇ ਪੁੱਛ ਹੀ ਲਓਗੇ ਜੀ। ਕੋਈ ਇਹ ਜ਼ਰੂਰੀ ਥੋੜੀ ਹੈ ਕਿ ਕੋਈ ਬੰਦਾ ਅਵੇਲੇਬਲ ਹੋਵੇ ਉਸ ਸਮੇਂ। ਜਦੋਂ ਘਰ 'ਚ ਐਮਰਜੈਂਸੀ ਹੈ ਉਦੋਂ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਉਹ ਸੁਵਿਧਾ ਮਿਲ ਜਾਏ ਜਾਂ ਹੈਲਪ ਮਿਲ ਜਾਏ। ਤਾਂ ਇਹਦਾ ਮਤਲਬ ਇਹ ਹੈ ਵੀ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਹੈ, ਜਿਹਦੇ ਲਈ ਇੰਨਾ ਸਿੰਪਲ, ਇੰਨਾ ਸੌਖਾ ਤੇ ਇੰਨਾ ਸਸਤਾ ਤਰੀਕਾ ਹੈ ਵੀ ਇੱਕ 5000 ਰੁਪਇਆ ਆਪਾਂ ਦੇ ਕੇ ਤੇ ਪੂਰਾ ਡਾਕਟਰ ਬਣ ਸਕਦੇ ਆ। ਪੂਰਾ ਡਾਕਟਰ ਮਤਲਬ ਮੇਰਾ ਇਹ ਦਾਅਵਾ ਹੈ ਕਿ ਤੁਸੀਂ ਦੁਬਾਰਾ ਤੁਹਾਨੂੰ ਕਦੀ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਪਏਗੀ, ਕਦੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਏਗੀ। ਜ਼ੁਕਾਮ ਰੇਸ਼ਾ ਤੋਂ ਲੈ ਕੇ ਸਿੰਪਲ ਬੁਖਾਰ ਤੋਂ ਲੈ ਕੇ ਅਗਰ ਕੋਈ ਕਿਡਨੀ ਦੀ ਸਮੱਸਿਆ, ਹਾਰਟ ਦੀ ਸਮੱਸਿਆ ਆਉਂਦੀ ਹੈ, ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆਉਂਦੀ ਹੈ, ਤੁਸੀਂ ਉਹਨੂੰ ਘਰ 'ਚ ਆਪਣੇ ਆਪ ਹੈਂਡਲ ਕਰ ਸਕਦੇ ਹੋ। ਤੇ ਇਸ ਲਈ ਅਸਲ 'ਚ ਜਿਹੜਾ ਕਹਿੰਦੇ ਨੇ ਨਾ ਗਿਆਨ ਹਾਸਲ ਕਰਨ ਲਈ ਅਸੀਂ ਖਰਚਾ ਕਰਦੇ ਆ, ਉਹ ਬਿਮਾਰੀਆਂ ਤੇ ਖਰਚਾ ਕਰਨ ਨਾਲੋਂ ਕਿਤੇ ਬਿਹਤਰ ਹੁੰਦਾ। ਬਿਲਕੁਲ। ਜੋ ਪ੍ਰੀਵੈਂਸ਼ਨ ਲਈ ਅਸੀਂ ਕਰ ਲੈਂਦੇ ਆ, ਪਰਹੇਜ਼ ਕਰਨ ਤੇ ਜਿਹੜਾ ਚੰਗੀ ਖੁਰਾਕ ਤੇ ਖਰਚਾ ਕਰਦੇ ਆ, ਉਹ ਉਸ ਖਰਚੇ ਨਾਲੋਂ ਕਿਤੇ ਬਿਹਤਰ ਹੈ ਜਿਹੜਾ ਅਸੀਂ ਹਸਪਤਾਲ ਜਾ ਕੇ ਫਿਰ ਉਦੋਂ ਕਈ ਗੁਣਾ ਡਾਕਟਰ ਨੂੰ ਦੇਣਾ ਜਾਂ ਹਸਪੀਟਲ ਨੂੰ ਦੇਣਾ। ਉਸ ਤੋਂ ਚੰਗੀ ਗੱਲ ਇਹ ਹੈ ਵੀ ਅਸੀਂ ਇਹਨੂੰ ਸਿੱਖ ਲਈਏ। ਆਮ ਤੌਰ ਤੇ ਅੱਜ ਕੱਲ ਰਿਵਾਜ ਹੈ, ਲੋਕ ਇਹ ਸੋਚਦੇ ਨੇ ਮੈਂ ਤਾਂ ਜੀ ਹੈਲਥ ਇੰਸ਼ੋਰੈਂਸ ਕਰਵਾ ਲਈ ਹੈ, ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ। ਹੈਲਥ ਇੰਸ਼ੋਰੈਂਸ ਦਾ ਮਤਲਬ ਹੈ ਜੀ ਹਸਪਤਾਲ ਦਾ ਖਰਚਾ ਕੰਪਨੀ ਦੇਗੀ, ਪਰ ਸਰੀਰ ਨਾਲ ਤਾਂ ਤੁਹਾਡੇ ਨਾਲ ਹੋਣਾ ਨਾ ਜੋ ਹੋਣਾ। ਬਿਲਕੁਲ ਜੀ, ਹਾਂਜੀ ਹੈ ਨਾ। ਅੱਜ ਕੱਲ ਤਾਂ ਇਹ ਜੀ ਮੈਂ ਇੱਕ ਦੋ ਛੋਟੀਆਂ ਉਦਾਹਰਨਾਂ ਤੁਹਾਨੂੰ ਕਰਨ ਦੇਣਾ ਚਾਹੁੰਦਾ ਵੀ ਇਹੋ ਜਿਹੇ ਕੇਸ ਮੇਰੇ ਕੋਲ ਆ ਰਹੇ ਨੇ ਜਿਹਦੇ ਵਿੱਚ ਇੱਕ ਲੜਕੀ 28-30 ਸਾਲ ਦੀ ਉਮਰ ਹੈ, ਹਫ਼ਤੇ 'ਚ ਇੱਕ ਵਾਰ ਉਹਦਾ ਡਾਇਲਿਸਿਸ ਹੋ ਰਿਹਾ ਹੈ ਔਰ ਕਹਿੰਦੀ ਮੈਨੂੰ ਕੋਈ ਤਕਲੀਫ ਨਹੀਂ ਹੈ, ਯੂਰਿਨ ਮੈਨੂੰ ਪਾਸ ਹੋ ਰਿਹਾ, ਸਿਰਫ ਥੋੜਾ ਜਿਹਾ ਕ੍ਰੀਟਿਨਿਨ ਵਧਿਆ ਹੋਇਆ ਤੇ ਡਾਕਟਰ ਇਹ ਕਹਿੰਦਾ ਵੀ ਹੁਣ ਤੈਨੂੰ ਹਫ਼ਤੇ 'ਚ 3 ਵਾਰ ਡਾਇਲਿਸਿਸ ਕਰਾਉਣਾ ਪਊਗਾ। ਉਹ ਕਹਿੰਦੀ ਮੈਂ ਉਹਨੂੰ ਕਿਹਾ ਵੀ ਮੈਂ ਜਦ ਠੀਕ ਆ, ਮੈਨੂੰ ਕੋਈ ਤਕਲੀਫ ਨਹੀਂ ਹੈ, ਹਫ਼ਤੇ 'ਚ ਇੱਕ ਵਾਰ ਡਾਇਲਿਸਿਸ ਕਰਾ ਕੇ ਮੇਰਾ ਸਰ ਰਿਹਾ ਚੱਲ ਰਿਹਾ ਕੰਮ, ਤੇ ਕਿਉਂ 3 ਵਾਰ ਕਰਾਉਣਾ ਪਊਗਾ? ਉਹ ਫਿਰ ਉਹੀ ਡਾਕਟਰ ਤੂੰ ਹੈ ਕਿ ਮੈਂ? ਹਾਂ ਬਿਲਕੁਲ ਜੀ। ਜੇ ਐਮਰਜੈਂਸੀ ਕੋਈ ਆ ਗਈ ਤਾਂ ਮੈਂ ਤੁਹਾਨੂੰ ਮੁੜ ਕੇ ਦਾਖਲ ਨਹੀਂ ਕਰਨਾ, ਮੈਂ ਹੱਥ ਖੜੇ ਕਰ ਦੇਣੇ ਆ ਤੇ ਤੁਸੀਂ ਜਾਂ ਤਾਂ 3 ਵਾਰ ਡਾਇਲਿਸਿਸ ਕਰਾਓ ਜਾਂ ਫਿਰ ਜੋ ਮਰਜ਼ੀ ਜਿੱਥੇ ਮਰਜ਼ੀ ਜਾਓ ਜੀ। ਤਾਂ ਮਤਲਬ ਇੱਕ ਸਿੰਪਲ ਜੀ ਗੱਲ ਹੈ ਅੱਜ ਦੀ ਤਾਰੀਖ 'ਚ ਡਾਕਟਰ ਜਿਹੜਾ ਹੈ ਨਾ, ਇੱਕ ਬੱਚੇ ਨੇ ਨਾ ਇੱਕ ਕਾਰਟੂਨ ਬਣਾਇਆ ਜੀ। ਉਹ ਕਾਰਟੂਨ ਦੇ ਵਿੱਚ ਉਹਨੇ ਨਾ ਇੱਕ ਪਾਸੇ ਇੱਕ ਡਾਕੂ ਦਿਖਾਇਆ, ਦੂਜੇ ਪਾਸੇ ਇੱਕ ਡਾਕਟਰ ਦਿਖਾਇਆ। ਕਹਿੰਦਾ ਵੀ ਡਾਕੂ ਨੇ ਵੀ ਮੂੰਹ ਬੰਨਿਆ ਹੁੰਦਾ ਤੇ ਡਾਕਟਰ ਨੇ ਵੀ ਮੂੰਹ ਬੰਨਿਆ ਹੁੰਦਾ, ਉਹਦੇ ਹੱਥ 'ਚ ਵੀ ਚਾਕੂ ਹੁੰਦਾ ਤੇ ਇਹਦੇ ਹੱਥ 'ਚ ਵੀ ਚਾਕੂ ਹੁੰਦਾ। ਤੇ ਅੱਜ ਦੀ ਮਤਲਬ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਚੰਗੇ ਲੋਕ ਵੀ ਨੇ, ਅੱਛੇ ਡਾਕਟਰ ਵੀ ਹੈਗੇ ਨੇ, ਲੇਕਿਨ ਉਹ ਵੀ ਹੈਗੇ ਨੇ ਜਿਹੜੇ ਸਿਰਫ ਪੈਸਾ ਕਮਾਉਣ ਲਈ ਜਾਨ ਵੀ ਦਾਅ ਤੇ ਲਾ ਸਕਦੇ ਨੇ ਤੁਹਾਡੀ। ਇਸ ਕਰਕੇ ਸਾਨੂੰ ਆਪਣੇ ਡਾਕਟਰ ਖੁਦ ਬਣਨਾ ਚਾਹੀਦਾ ਹੈ ਤਾਂ ਕਿ ਅਸੀਂ ਇਹੋ ਜਿਹੀਆਂ ਸਮੱਸਿਆਵਾਂ ਦਾ ਠੀਕ ਤਰੀਕੇ ਨਾਲ ਨਿਪਟਾਰਾ ਕਰ ਲਈਏ, ਆਰਾਮ ਨਾਲ ਆਪਣੀ ਸਿਹਤ ਦਾ ਖਿਆਲ ਰੱਖ ਸਕੀਏ। ਤੇ ਮੈਂ ਜਾਣਕਾਰੀ ਇਹ ਹੈ, ਸਿਰਫ 1 ਮਹੀਨੇ ਦਾ ਆਨਲਾਈਨ ਪ੍ਰੋਗਰਾਮ ਹੈ, ਰੋਜ਼ 1 ਘੰਟੇ ਦੀ ਕਲਾਸ ਹੁੰਦੀ ਹੈ, ਰਾਤ ਨੂੰ 8:30 ਤੋਂ 9:30 ਵਜੇ ਤੱਕ। 1 ਮਹੀਨੇ ਦੇ ਅੰਦਰ ਜਿਹੜਾ ਤੁਸੀਂ ਪੂਰੇ ਡਾਕਟਰ ਬਣ ਜਾਓਗੇ। ਜਿਵੇਂ ਮੈਂ ਅੱਜ ਕਿਸੇ ਡਾਕਟਰ ਕੋਲ ਜਾਣ ਦੀ ਮੈਨੂੰ ਲੋੜ ਨਹੀਂ ਪੈਂਦੀ, ਤਾਂ ਤੁਹਾਨੂੰ ਵੀ ਇਵੇਂ ਜਿੰਨਾ ਗਿਆਨ ਮੇਰੇ ਕੋਲ ਆ ਸਾਰਾ ਮੈਂ ਤੁਹਾਡੇ ਤੱਕ ਪਹੁੰਚਾਵਾਂਗਾ ਤੇ ਤੁਹਾਨੂੰ ਦੁਬਾਰਾ ਕਿਸੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਏਗੀ। ਮੈਂ ਏਦਾਂ ਨਹੀਂ ਕਹਿੰਦਾ, ਪੈ ਸਕਦੀ ਹੈ ਕਿਤੇ ਸੱਟ ਫੇਟ ਲੱਗੀ ਜਾਂ ਹੋਰ ਕੋਈ ਗੱਲ ਹੋ ਜਾਂਦੀ ਹੈ, ਲੇਕਿਨ ਜੇ ਤੁਸੀਂ ਡਾਕਟਰ ਕੋਲ 100 ਵਾਰ ਜਾਂਦੇ ਹੋ ਤਾਂ ਫਿਰ 1 ਵਾਰ ਜਾਣਾ ਪਏਗਾ, 99 ਵਾਰ ਤੁਸੀਂ ਘਰੇ। ਓ ਮਾਈ ਗॉड, ਡ੍ਰੌਪ ਹੋ ਗਈ ਜੀ ਸਾਡੀ ਕਾਲ। ਤੇ ਸਰੋਤਿਓ ਫਿਰ ਵੀ ਜਿਨ੍ਹਾਂ ਨੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤੁਸੀਂ ਮੇਰੇ ਤੋਂ ਨੰਬਰ ਡਾਕਟਰ ਸਾਹਿਬ ਦਾ ਲੈ ਸਕਦੇ, ਕਿਉਂਕਿ ਇੱਥੇ ਅਸੀਂ ਕਿਸੇ ਮੈਡੀਸਨ ਦੀ ਪਬਲਿਸਿਟੀ ਨਹੀਂ ਕਰ ਰਹੇ, ਕਿਸੇ ਦਵਾਈ ਨੂੰ ਨਹੀਂ ਵੇਚ ਰਹੇ, ਕਿਸੇ ਇੰਜੈਕਸ਼ਨ ਨੂੰ ਨਹੀਂ ਵੇਚ ਰਹੇ, ਕਿਸੇ ਡਾਕਟਰ ਨੂੰ ਨਹੀਂ ਅਸੀਂ ਪਬਲਿਸ਼ ਕਰ ਰਹੇ ਕਿ ਹਾਂਜੀ ਇਹਨਾਂ ਦੀ ਹੀ ਮੈਡੀਸਨ ਤੁਸੀਂ ਲਓ। ਅਸੀਂ ਸਿਰਫ ਔਰ ਸਿਰਫ ਇਸ ਕੁਦਰਤ ਕਾਇਨਾਤ ਦੇ ਨਾਲ ਤੁਹਾਨੂੰ ਜੋੜ ਰਹੇ ਹਾਂ, ਉਹੀ ਫਲ ਸਬਜ਼ੀਆਂ ਜੋ ਅਸੀਂ ਖਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਕਰ ਸਕਦੇ ਹਾਂ। ਡਾਕਟਰ ਸਾਹਿਬ ਜਲਦੀ ਦੇ ਨਾਲ ਆਪਾਂ ਆਪਣੀ ਗੱਲ ਨੂੰ ਕਲੀਅਰ ਕਰ ਦੇਵਾਂਗੇ। ਤੁਹਾਡਾ ਗੱਲ ਲਗਭਗ ਸਮਾਪਤ ਹੋ ਚੁੱਕੀ ਸੀ। ਫੋਨ ਮੇਰਾ ਨੰਬਰ ਤੁਸੀਂ ਮਨਜੀਤ ਜੀ ਤੋਂ ਵੀ ਲੈ ਸਕਦੇ ਹੋ, 9256131157 ਮੇਰਾ ਮੋਬਾਈਲ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਤੇ ਮੇਰੇ ਤੋਂ ਕੋਈ ਛੋਟੀ ਮੋਟੀ ਸਲਾਹ ਲੈਣੀ ਚਾਹੁੰਦੇ ਆ, ਕਿਤੇ ਵੀ ਐਮਰਜੈਂਸੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਪਰ ਮੇਰਾ ਕਹਿਣਾ ਇਹ ਹੈ ਕਿ ਤੁਸੀਂ ਆਪਣੇ ਡਾਕਟਰ ਆਪ ਬਣੋ,
ਇਸ ਵਿਧੀ ਨੂੰ ਸਿੱਖ ਲਓ ਤਾਂ ਤੁਹਾਡੇ ਲਈ ਬਹੁਤ ਆਸਾਨੀ ਹੋਏਗੀ। ਤੁਹਾਡਾ ਮੈਡੀਕਲ ਬਿੱਲ ਜਿਹੜਾ ਫਿਊਚਰ ਦਾ ਉਹ ਜ਼ੀਰੋ ਹੋ ਸਕਦਾ ਹੈ। ਸ਼ੁਕਰੀਆ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਵੀ ਤੇ ਪ੍ਰਵਾਜ਼ ਰੇਡੀਓ ਦਾ ਵੀ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ। ਮਨਜੀਤ ਮਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਧੰਨਵਾਦ ਜੀ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਸ਼ੁਕਰੀਆ ਜੀ, ਥੈਂਕ ਯੂ। ਸੋ ਅੱਜ ਦਾ ਸੈਗਮੈਂਟ ਮੈਨੂੰ ਲੱਗਦਾ ਬਹੁਤ ਜ਼ਿਆਦਾ ਜਾਣਕਾਰੀ ਭਰਪੂਰ ਸੀ ਜੀ। ਸਰੀਰ ਕੀ ਹੈ, ਬਿਮਾਰੀਆਂ ਕੀ ਹੈ, ਸਾਡੇ ਖਾਣੇ ਕੀ ਹੈ। ਅਸੀਂ ਹਮੇਸ਼ਾ ਇਸੇ ਗੱਲ ਤੇ ਤਰੋਤਾਜ਼ਾ ਰਹਿੰਦੇ ਆ, ਪਰ ਕਈਆਂ ਦੀਆਂ ਧੁਰ ਦਰਗਾਹ ਲੱਗੀਆਂ ਸ਼ੁਰੂ ਤੋਂ ਲੱਗੀਆਂ ਤੇ ਅਖੀਰ ਤੱਕ ਲੱਗੀਆਂ ਹੀ ਰਹਿੰਦੀਆਂ ਨੇ। ਬਾਬੇ ਚਟਨੀਆਂ ਕੁੱਟੀ ਜਾਂਦੇ, ਇੱਧਰ ਮੈਨੂੰ ਸ਼ੇਅਰ ਕਰੀ ਜਾਂਦੇ ਆ ਹੈ, ਤੇ ਤੁਹਾਡੀ ਹੱਦ ਤੋਂ ਵੀ ਵੱਧ ਹੋ ਜਾਂਦੀ ਹੁੰਦੀ ਹੈ ਬਾਬੇ ਵੀ ਤੁਸੀਂ Come to my heart, come to me. I want you, come to me. Oh baby, come to me. I want you, come to me. I could be your love, baby. Let me see your heart. You could be my love, baby. Come to my heart, come to me. I want you, come to me.